हम ना सकत कर सिफत तुम्हारी, आप लिहो तुम कथा सुधारी। सतनाम श्री वाहिगुरु साहिब जी। दोहरा सुनियो सकल तिन को कहियो, नौरंग सहत प्रमाद, तिनकी अकल सराहिकै हृदा महद अहलाद। वाहिगुरु जी का खालसा, वाहिगुरु जी की फतेह। परम सन्मान जो गुरु खालसा साध संगत जी, सतगुਰਾਂ ने बड़ी किरपा बख्शिश की है, जो अपने चरणों ਵਿੱਚ बैठण ਦਾ ਇਹ ਸੁਭਾਗ ਸਮਾਂ ਸਾਨੂੰ ਬਖਸ਼ਿਆ। ਸਾਰੇ ਗੁਰੂ ਕੇ ਪਿਆਰੇ ਗੁਰੂ ਚਰਨਾਂ 'ਚ ਹਾਜ਼ਰ ਹੋ ਕੇ ਗੁਰਬਾਣੀ ਦੇ ਪਾਠ ਕੀਰਤਨ ਦਾ ਆਨੰਦ ਮਾਣ ਰਹੇ ਸੀ। ਆਓ ਹੁਣ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਵਾਜ ਧੰਨ ਗੁਰੂ ਹਰਿਰਾਏ ਸਾਹਿਬ ਜੀ ਦੇ ਚਰਨਾਂ 'ਚ ਆਪਣੀ ਸੁਰਤੀ ਜੋੜੀਏ। ਸ੍ਰੀ ਕੀਰਤਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਸਤਵੇਂ ਪਾਤਸ਼ਾਹ ਜੀ ਮਹਾਰਾਜ ਬਿਰਾਜਮਾਨ ਹਨ। ਬਾਦਸ਼ਾਹ ਔਰੰਗਜ਼ੇਬ ਨੇ ਕਾਜ਼ੀਆਂ ਮੁਲਾਣਿਆਂ ਦੇ ਚੁਕਾਵੇ ਵਿੱਚ ਆ ਕੇ ਗੁਰੂ ਸਾਹਿਬ ਜੀ ਨੂੰ ਗ੍ਰਿਫਤਾਰ ਕਰਕੇ ਲਿਆਉਣ ਦੀ 3 ਵਾਰੀ ਆਪਣੀਆਂ ਫੌਜ ਜਰਨੈਲਾਂ ਨੂੰ ਦੇ ਕੇ ਤੋਰਿਆ। ਇੱਕ ਜਰਨੈਲ ਰਸਤੇ ਵਿੱਚ ਸੋਨੀਪਤ ਦੇ ਲਾਗੇ ਹੈਜਾ ਹੋ ਕੇ ਮਰ ਗਿਆ। ਦੂਸਰਾ ਜਰਨੈਲ ਜਦੋਂ ਦੁਬਾਰਾ ਫੌਜ ਲੈ ਕੇ ਤੁਰਿਆ, ਉਹ ਵੀ ਰਸਤੇ 'ਚ ਬਿਮਾਰ ਹੋ ਕੇ ਵਾਪਸ ਹੋ ਗਿਆ। ਕੁਝ ਦਿਨਾਂ ਬਾਅਦ ਤੀਸਰਾ ਜਰਨੈਲ ਜੋ ਫੌਜ ਦੇ ਕੇ ਤੋਰਿਆ, ਉਹ ਕਰਨਾਲ ਪਾਣੀਪਤ ਦੇ ਵਿਚਕਾਰ ਉਹ ਵੀ ਮਰ ਗਿਆ। ਕੋਈ ਵੀ ਮਹਾਰਾਜ ਸਾਹਿਬ ਕੋਲ ਪਹੁੰਚ ਨਹੀਂ ਸਕਿਆ ਫੌਜਾਂ ਲੈ ਕੇ। ਤਾਂ ਫਿਰ ਇਸ ਨੇ ਦੂਸਰਾ ਤਰੀਕਾ ਕਾਜ਼ੀਆਂ ਮੁਲਾਣਿਆਂ ਨੇ ਦੱਸਿਆ ਵੀ ਤੁਸੀਂ ਗੁਰੂ ਸਾਹਿਬ ਨੂੰ ਬੜੇ ਪ੍ਰੇਮ ਨਾਲ ਨਿਮਰਤਾ ਨਾਲ ਬੇਨਤੀ ਕਰੋ ਵੀ ਉਹ ਦਿੱਲੀ ਆ ਕੇ ਦਰਸ਼ਨ ਦੇਣ। ਜਦੋਂ ਇੱਥੇ ਆ ਜਾਣਗੇ ਤੇ ਫਿਰ ਆਪਾਂ ਉਹਨਾਂ ਕੋਲੋਂ ਕਰਾਮਾਤਾਂ ਸ਼ਕਤੀਆਂ ਉਹਨਾਂ ਦੀਆਂ ਦੇਖਾਂਗੇ, ਆਪਣੀ ਗੱਲ ਮਨਾਵਾਂਗੇ। ਜੇ ਕੋਈ ਕਰਾਮਾਤ ਨਾ ਦਿਖਾਣਗੇ ਤੇ ਫਿਰ ਉਹਨਾਂ ਨੂੰ ਮੁਸਲਮਾਨ ਬਣਨ ਲਈ ਕਹਾਂਗੇ। ਜੇ ਮੁਸਲਮਾਨ ਵੀ ਨਹੀਂ ਬਣਨਗੇ ਫਿਰ ਕਤਲ ਕਰ ਦਿਆਂਗੇ। ਇਹ ਤਿੰਨੇ ਹੀ ਰਸਤੇ ਹੋਇਆ ਕਰਦੇ ਸਨ ਮੁਗਲ ਬਾਦਸ਼ਾਹ ਔਰੰਗਜ਼ੇਬ ਕੋਲ ਕਿਸੇ ਵੀ ਮਹਾਂਪੁਰਸ਼ ਨੂੰ ਪਰੇਸ਼ਾਨ ਕਰਨਾ ਹੋਵੇ। ਪਹਿਲਾਂ ਤਾਂ ਕਹਿੰਦਾ ਸੀ ਵੀ ਤੁਸੀਂ ਧਾਰਮਿਕ ਬੰਦੇ ਹੋ, ਮੈਨੂੰ ਕੋਈ ਕਰਾਮਾਤ ਦਿਖਾਓ। ਜੇ ਕੋਈ ਕਰਾਮਾਤ ਦਿਖਾ ਦੇਵੇ ਫਿਰ ਉਹਦਾ ਇਹ ਸਤਿਕਾਰ ਕਰਦਾ ਸੀ। ਜੇ ਕਰਾਮਾਤ ਨਾ ਦਿਖਾਵੇ ਫਿਰ ਕਹਿੰਦਾ ਸੀ ਵੀ ਤੁਸੀਂ ਦੀਨ ਇਸਲਾਮ ਦੀ ਸ਼ਰ੍ਹਾ 'ਚ ਆ ਜਾਓ, ਮੁਸਲਮਾਨ ਬਣ ਜਾਓ। ਜੇ ਕੋਈ ਮੁਸਲਮਾਨ ਵੀ ਨਾ ਬਣੇ ਫਿਰ ਉਹਨੂੰ ਕਹਿੰਦਾ ਸੀ ਹੁਣ ਤੁਸੀਂ ਮਰਨ ਲਈ ਤਿਆਰ ਹੋ ਜਾਓ। 3 ਰਸਤਿਆਂ ਦੇ ਇਹ ਫੈਸਲਾ ਸੁਣਾਉਂਦਾ ਸੀ। ਕਾਜ਼ੀ ਮੁਲਾਣਿਆਂ ਨੇ ਇਹਨੂੰ ਇਹ ਰਾਹ ਪਾਇਆ ਹੋਇਆ ਸੀ। ਹੁਣ ਅਗਲੀ ਕਥਾ ਸਰਵਣ ਕਰੀਏ ਕਿਸ ਪ੍ਰਕਾਰ ਨਾਲ ਹੁਣ ਇਸ ਨੇ ਦੂਤ ਭੇਜਿਆ, ਸਤਿਗੁਰੂ ਜੀ ਦੇ ਚਰਨਾਂ ਵਿੱਚ ਸ੍ਰੀ ਕੀਰਤਪੁਰ ਸਾਹਿਬ ਪਹੁੰਚਿਆ ਹੈ ਤੇ ਮਹਾਰਾਜ ਨੂੰ ਬੇਨਤੀ ਕਰੇਗਾ। ਅੱਜ ਦੇ ਪ੍ਰਕਰਨ ਦੀ ਇਹ ਕਥਾ ਸਰਵਣ ਕਰੀਏ, ਪ੍ਰੇਮ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਨਿਓ ਸਕਲ ਤਿਨ ਕੋ ਕਹਿਓ, ਕਹਿੰਦੇ ਜਦੋਂ ਕਾਜ਼ੀਆਂ ਮੁਲਾਣਿਆਂ ਦੀ ਗੱਲ ਸੁਣੀ, ਨੌਰੰਗ ਸਹਿਤ ਪ੍ਰਮਾਦ, ਔਰੰਗੇ ਨੇ ਪ੍ਰਮਾਦ ਸਹਿਤ ਭਾਵ ਉਹਦੀ ਬਿਰਤੀ ਜਿਹੜੀ ਸੀ ਸਾਧ ਸੰਗਤ ਜੀ ਕੋਈ ਵਧੀਆ ਸਿਆਣਾ ਬੰਦਾ ਨਹੀਂ ਸੀ, ਧਾਰਮਿਕ ਬੰਦਾ ਵੀ ਨਹੀਂ ਸੀ, ਰਾਜਨੀਤੀ ਵੀ ਬੜੀ ਕਪਟ ਵਾਲੀ ਕਰਦਾ ਸੀ, ਪ੍ਰਮਾਦੀ ਬਿਰਤੀ ਵਾਲਾ ਸੀ। ਤਿਨਕੀ ਅਕਲ ਸਰਾਹਿਕੈ, ਉਹਨੇ ਉਹਨਾਂ ਕਾਜ਼ੀ ਮੁਲਾਣਿਆਂ ਦੀ ਅਕਲ ਦੀ ਸਰਾਹਨਾ ਕੀਤੀ। ਮੂਰਖਾਂ ਦੀ ਸਿਫਤ ਮੂਰਖ ਹੀ ਕਰਿਆ ਕਰਦੇ ਐ, ਸਿਆਣਿਆਂ ਨੇ ਕਦੀ ਮੂਰਖਾਂ ਦੀ ਸਿਫਤ ਨਹੀਂ ਕੀਤੀ। ਸੋ ਜਿਹੋ ਜਿਹਾ ਕਪਟੀ ਸੀਗਾ ਔਰੰਗਜ਼ੇਬ, ਉਹੋ ਜਿਹੇ ਉਹਦੇ ਸਲਾਹਕਾਰ ਸਨ। ਉਹਨਾਂ ਸਲਾਹਕਾਰਾਂ ਦੀ ਉਹ ਸਿਫਤ ਕਰਦਾ ਹੈ ਹਿਰਦਾ ਮਹਦ ਅਹਲਾਦ, ਤੇ ਮਨ ਵਿੱਚ ਬੜੀ ਭਾਰੀ ਖੁਸ਼ੀ ਮਹਿਸੂਸ ਕੀਤੀ ਵੀ ਆਹ ਰਸਤਾ ਬੜਾ ਵਧੀਆ ਦੱਸਿਆ ਇਹਨਾਂ ਨੇ। ਆਪਾਂ ਗੁਰੂ ਸਾਹਿਬ ਨੂੰ ਦਿੱਲੀ ਬੁਲਾ ਕੇ ਫਿਰ ਆਪਣੀਆਂ ਸ਼ਰਤਾਂ ਮਨਾਵਾਂਗੇ। ਚੌਪਈ ਤਤ ਛਿਨ ਲਿਖਵਾਇਬ ਪਰਵਾਨਾ, ਉਸੇ ਵੇਲੇ ਪਰਵਾਨਾ ਲਿਖਿਆ, ਚਿੱਠੀ ਲਿਖੀ। ਬਾਦਸ਼ਾਹ ਔਰੰਗਜ਼ੇਬ ਨੇ ਆਪਣੇ ਬੰਦਿਆਂ ਕੋਲੋਂ ਮੁਨਸ਼ੀਆਂ ਕੋਲੋਂ ਲਿਖਵਾਈ ਹੈ। ਰਾਮਦਾਸ ਕੇ ਤੁਮ ਬੜ ਥਾਨਾ, ਚਿੱਠੀ 'ਚ ਲਿਖਿਆ ਹੈ, ਹੇ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਜੀ, ਤੁਸੀਂ ਰਾਮਦਾਸ ਕੇ ਸਥਾਨ ਤੇ ਹੋ। ਰਾਮਦਾਸ ਤੁਰਕਾਂ ਦੀ ਮੁਗਲਾਂ ਦੀ ਬੋਲੀ 'ਚ ਗੁਰੂ ਪਦਵੀ ਨੂੰ ਕਹਿੰਦੇ ਸੀ ਵੀ ਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੀ ਪਦਵੀ ਤੇ ਜਿਹੜਾ ਵੀ ਹੋਵੇ ਉਹਨੂੰ ਰਾਮਦਾਸ ਕਹਿੰਦੇ ਸੀ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਚੌਥੇ ਪਾਤਸ਼ਾਹ ਜੀ ਦੀ ਪ੍ਰਸਿੱਧੀ ਹੋਣ ਕਰਕੇ ਵੀ ਇਹ ਨਾਂ ਜਿਹੜਾ ਹੈ ਉਹਨਾਂ ਦੇ ਨਾਲ ਜੁੜਿਆ ਰਿਹਾ ਹੈ।
ਸੋ ਤੁਸੀਂ ਗੁਰੂ ਮਹਾਰਾਜ ਦੀ ਗੱਦੀ ਦੇ ਉੱਤੇ ਹੋ, ਗੁਰੂ ਨਾਨਕ ਦੇਵ ਜੀ ਦੀ ਗੱਦੀ ਦੇ ਮਾਲਕ ਹੋ। ਮਨ ਹੈ ਜਗ ਸਗਰੇ ਗੁਰ ਲਹੈ। ਔਰ ਸਾਰੀ ਦੁਨੀਆ ਤੁਹਾਨੂੰ ਗੁਰੂ ਰਾਮਦਾਸ ਜੀ ਦੀ ਅੰਸ਼ ਬੰਸ ਵਿੱਚੋਂ ਜਾਣ ਕੇ ਗੁਰੂ ਮੰਨਦੀ ਹੈ। ਹਿੰਦੂ ਮੁਸਲਮਾਨ ਤੁਹਾਡਾ ਸਤਿਕਾਰ ਕਰਦੇ ਹਨ। ਅਜਮਤ ਧਨੀ ਲੋਕ ਸਭ ਕਹੈ। ਮੈਂ ਸੁਣਿਆ ਤੁਹਾਡੇ ਕੋਲ ਬੜੀਆਂ ਕਰਾਮਾਤਾਂ ਹਨ, ਬੜੀਆਂ ਸ਼ਕਤੀਆਂ ਹਨ। ਤੁਹਾਡੇ ਘਰ ਦੇ ਵਿੱਚ ਬਹੁਤ ਵੱਡੀ ਅਗੰਮੀ ਰੂਹਾਨੀ ਤਾਕਤ ਹੈ। ਇਹ ਗੱਲ ਮੈਂ ਲੋਕਾਂ ਕੋਲੋਂ ਸੁਣੀ ਹੈ। ਆਵਤ ਰਹੇ ਹਮੇਸ਼ਾ ਹਮਾਰੇ। ਇਹ ਵੀ ਮੈਂ ਇਤਿਹਾਸ ਜਾਣਦਾ ਹਾਂ ਵੀ ਤੁਹਾਡੇ ਵੱਡੇ ਮਹਾਰਾਜ ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ, ਗੁਰੂ ਹਰਗੋਬਿੰਦ ਜੀ ਸਾਡੇ ਪਰਿਵਾਰ ਨਾਲ ਬੜੀ ਨੇੜਤਾ ਰੱਖਦੇ ਸਨ। ਕਈ ਵਾਰੀ ਗੁਰੂਆਂ ਨੇ ਸਾਡੇ ਘਰ ਚਰਨ ਪਾਏ ਹਨ। ਮਿਲੇ ਬੋਲਨੋ ਭਲੀ ਪ੍ਰਕਾਰੇ। ਔਰ ਗੱਲਬਾਤ ਵੀ ਕਰਦੇ ਸਨ, ਬੈਠਦੇ ਸਨ। ਮੇਰੇ ਦਾਦਾ ਜਹਾਂਗੀਰ ਬਾਦਸ਼ਾਹ ਨਾਲ ਸ੍ਰੀ ਗੁਰੂ ਅਰਜਨ ਦੇਵ ਤੇ ਗੁਰੂ ਹਰਗੋਬਿੰਦ ਸਾਹਿਬ ਦਾ ਵਾਹ ਵਾਸਤਾ ਰਿਹਾ ਹੈ। ਮਿਹਰਬਾਨਗੀ ਅਬ ਵੀ ਕਰੀਏ ਹੈ। ਹੁਣ ਤੁਸੀਂ ਕਿਰਪਾ ਕਰੋ, ਜਿਵੇਂ ਵੱਡੇ ਗੁਰੂਆਂ ਨੇ ਸਾਡੇ ਘਰ ਤੇ ਕਿਰਪਾ ਕੀਤੀ ਸੀ, ਉਹ ਦਰਸ਼ਨ ਦਿੰਦੇ ਸਨ ਜਦੋਂ ਵੀ ਯਾਦ ਕਰੀਦਾ ਸੀ। ਤੁਸੀਂ ਵੀ ਕਿਰਪਾ ਕਰੋ ਤੇ ਮੇਰੇ ਕੋਲ ਦਿੱਲੀ ਤਸ਼ਰੀਫ ਲਿਆਓ। ਦਰਸ਼ਨ ਦੇਹੋ ਸੰਸੈ ਸਭ ਹਰੀਆ ਹੈ। ਮਹਾਰਾਜ ਸੱਚੇ ਪਾਤਸ਼ਾਹ ਆਪਣੇ ਦਰਸ਼ਨ ਦੇ ਕੇ ਮੇਰੇ ਮਨ ਦੇ ਸੰਸ਼ੇ ਦੂਰ ਕਰੋ। ਮੇਰੇ ਕੁਝ ਸਵਾਲਾਤ ਹਨ ਜਿਹੜੇ ਮੈਂ ਆਪ ਜੀ ਤੋਂ ਪੁੱਛਣੇ ਚਾਹੁੰਦਾ ਹਾਂ। ਆਪ ਜੀ ਕੀਰਤਪੁਰ ਸਾਹਿਬ ਤੋਂ ਚੱਲ ਕੇ ਦਿੱਲੀ ਆ ਜਾਓ ਤੇ ਫਿਰ ਮੇਰੇ ਸ਼ੰਕਿਆਂ ਦੀ ਨਿਰਵਿਰਤੀ ਕਰ ਦਿਓ। ਮੋਕਹ ਅਜਮਤ ਆਏ ਦਿਖਾਵੋ। ਆ ਕੇ ਆਪਣੀ ਕਰਾਮਾਤ, ਆਪਣੀ ਸ਼ਕਤੀ ਮੈਨੂੰ ਦਿਖਾਓ ਗੁਰੂ ਜੀ। ਮਗ ਖੁਦਾਏ ਕੇ ਬਾਕ ਸੁਨਾਵੋ। ਮੈਨੂੰ ਅੱਲਾ ਦਾ, ਖੁਦਾ ਦਾ ਰਸਤਾ ਦੱਸੋ। ਕੋਈ ਰੱਬ ਦੇ ਰਾਹ ਦੀ ਗੱਲ ਦੱਸੋ। ਇਤਿਆਦਕ ਲਿਖ ਕਰ ਪਰਵਾਨਾ। ਇਸ ਤਰ੍ਹਾਂ ਦਾ ਪਰਵਾਨਾ ਲਿਖ ਕੇ ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ, ਮੋਮੋ ਠੱਗਣੀਆਂ ਗੱਲਾਂ ਕਰਕੇ ਔਰੰਗਜ਼ੇਬ ਨੇ ਸਤਿਗੁਰੂ ਸਤਵੇਂ ਪਾਤਸ਼ਾਹ ਜੀ ਨੂੰ ਸੱਦਾ ਭੇਜਿਆ ਹੈ। ਬਿਨਾਂ ਸਹਿਤ ਅਰ ਨਿਜ ਬਲ ਨਾਨਾ। ਆਪਣੇ ਬਲ ਨੂੰ ਵੀ ਜਣਾਇਆ ਵੀ ਮੈਂ ਬਾਦਸ਼ਾਹ ਹਾਂ ਹਿੰਦੁਸਤਾਨ ਦਾ, ਤੇ ਮੇਰੇ ਕਹਿਣ ਤੇ ਸਾਰੇ ਲੋਕ ਮੇਰੇ ਦਰਬਾਰ 'ਚ ਆਉਂਦੇ ਨੇ। ਤੁਸੀਂ ਵੀ ਆਉਣਾ ਜ਼ਰੂਰ, ਕਿਰਪਾ ਕਰਨੀ। ਨਾਲੇ ਆਪਣਾ ਦਬਕਾ ਮਾਰ ਰਿਹਾ ਤੇ ਨਾਲੇ ਬੇਨਤੀ ਕਰ ਰਿਹਾ। ਬੜੀ ਚਲਾਕੀ ਦੇ ਨਾਲ ਉਸਨੇ ਚਿੱਠੀ ਲਿਖੀ ਹੈ। ਦੇ ਕਰ ਦੂਤ ਪਠਿਓ ਤਤਕਾਲਾ। ਉਹ ਚਿੱਠੀ ਆਪਣੇ ਦੂਤ ਦੇ ਹੱਥ ਦੇ ਕੇ ਕੀਰਤਪੁਰ ਸਾਹਿਬ ਨੂੰ ਤੋਰ ਦਿੱਤਾ ਹੈ। ਦੇਰ ਨ ਕਰਹੁ ਲਿਆਓ ਦਰਹਾਲਾ। ਤੇ ਉਸ ਦੂਤ ਨੂੰ ਕਿਹਾ ਵੀ ਤੂੰ ਬੜੀ ਸਿਆਣਪ ਦੇ ਨਾਲ ਗੁਰੂ ਰਾਏ ਸਾਹਿਬ ਨੂੰ ਦਿੱਲੀ ਲੈ ਕੇ ਆਉਣਾ, ਛੇਤੀ ਤੋਂ ਛੇਤੀ, ਦੇਰੀ ਨਹੀਂ ਕਰਨੀ। ਦਿੱਲੀ ਪਰਤੇ ਕੀਨ ਪਿਆਨਾ। ਇਹ ਦੂਤ ਨੇ ਦਿੱਲੀ ਤੋਂ ਚਾਲੇ ਪਾਏ ਹਨ ਬਾਦਸ਼ਾਹ ਦਾ ਪਰਵਾਨਾ ਲੈ ਕੇ। ਸਤਿਗੁਰ ਕੋ ਘਰ ਜਿਸ ਪੁਰ ਜਾਨਾ। ਜਿਸ ਨਗਰ ਵਿੱਚ ਗੁਰੂ ਮਹਾਰਾਜ ਸਤਵੇਂ ਪਾਤਸ਼ਾਹ ਜੀ ਬਿਰਾਜਮਾਨ ਹਨ, ਗੁਰੂ ਕੀ ਪਾਵਨ ਪਵਿੱਤਰ ਨਗਰੀ ਸ੍ਰੀ ਕੀਰਤਪੁਰ ਸਾਹਿਬ ਦੇ ਵਿੱਚ। ਤੂਰਨ ਗਮਨਿਓ ਮਾਰਗ ਸਾਰਾ। ਕਹਿੰਦੇ ਸਾਰਾ ਪਿੰਡ ਲੰਘ ਕੇ ਛੇਤੀ ਨਾਲ ਕ੍ਰਮ ਕ੍ਰਮ ਉਲੰਘ ਗਇਓ ਹਿਤ ਧਾਰਾ। 300 ਕਿਲੋਮੀਟਰ ਦਾ ਸਫ਼ਰ ਬਣਦਾ ਹੈ ਦਿੱਲੀ ਤੋਂ ਸ੍ਰੀ ਕੀਰਤਪੁਰ ਸਾਹਿਬ ਸਾਰਾ ਤੈਅ ਕਰਕੇ। ਰੋਪੜ ਪੁਰਤੇ ਚੱਲ ਅਗਵਾਏ। ਰੋਪੜ ਤੋਂ ਅੱਗੇ ਤੁਰਿਆ ਹੈ ਦੂਤ। ਕੀਰਤਪੁਰ ਪਹੁੰਚਿਓ ਤਬ ਜਾਏ। ਗੁਰੂ ਮਹਾਰਾਜ ਦੀ ਪਵਿੱਤਰ ਪਾਵਨ ਨਗਰੀ ਸ੍ਰੀ ਕੀਰਤਨਪੁਰ ਸਾਹਿਬ। ਅਸਲੀ ਨਾਮ ਤਾਂ ਇਹਦਾ ਗੁਰੂ 6ਵੇਂ ਪਾਤਸ਼ਾਹ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਬਚਨਾਂ ਦੇ ਮੁਤਾਬਕ, ਕਿਉਂਕਿ ਗੁਰੂ ਨਾਨਕ ਸਾਹਿਬ ਨੇ ਇੱਥੇ ਲਗਾਤਾਰ ਕੀਰਤਨ ਕੀਤਾ ਸੀ, ਪੀਰ ਬੁੱਢਣ ਸ਼ਾਹ ਤੇ ਕਿਰਪਾ ਕੀਤੀ ਸੀ, ਤੇ ਗੁਰੂ 6ਵੇਂ ਪਾਤਸ਼ਾਹ ਤੇ ਬਾਬਾ ਗੁਰਦਿੱਤਾ ਜੀ ਨੇ ਨਗਰੀ ਵਸਾਈ ਸੀ। ਇੱਥੇ ਜ਼ਿਆਦਾ ਕੀਰਤਨ ਹੋਇਆ, ਇਸ ਕਰਕੇ ਇਸ ਧਰਤੀ ਦਾ ਨਾਮ ਸ੍ਰੀ ਕੀਰਤਨਪੁਰ ਸਾਹਿਬ ਰੱਖਿਆ ਸੀ, ਕੀਰਤਨ ਦੀ ਮਹਿਮਾ ਜਣਾਉਣ ਵਾਸਤੇ। ਹੌਲੇ ਹੌਲੇ ਸੰਗਤਾਂ ਕੀਰਤਪੁਰ ਸਾਹਿਬ ਕਹਿੰਦੀਆਂ ਹਨ। ਕੀਰਤਨ ਤੇ ਕੀਰਤ 'ਚ ਕੋਈ ਫਰਕ ਨਹੀਂ ਹੁੰਦਾ। ਕੀਰਤੀ ਦਾ ਮਤਲਬ ਵੀ ਜਸ ਹੁੰਦਾ ਹੈ, ਵਡਿਆਈ ਹੁੰਦੀ ਪਰਮੇਸ਼ਰ ਦੀ। ਸੋ ਜਿੱਥੇ ਕੀਰਤਨ ਹੋਇਆ ਹੈ ਉਸ ਧਰਤੀ ਦਾ ਨਾਮ ਸ੍ਰੀ ਕੀਰਤਪੁਰ ਸਾਹਿਬ ਹੈ। ਉੱਥੇ ਸਾਧ ਸੰਗਤ ਜੀ ਇਹ ਪਹੁੰਚਿਆ ਹੈ। ਤਹਾਂ ਪਹੁੰਚਤਨ ਕੀਨਸ ਡੇਰਾ। ਉਹ ਦੂਤ ਨੇ ਜਾ ਕੇ ਕੀਰਤਪੁਰ ਸਾਹਿਬ ਡੇਰਾ ਕੀਤਾ ਹੈ। ਸ੍ਰੀ ਸਤਿਗੁਰ ਜਹ ਕਰਤ ਬਸੇਰਾ। ਜਿੱਥੇ ਮਹਾਰਾਜ ਸਤਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ ਦਾ ਆਸਣ ਹੈ, ਬਿਰਾਜਮਾਨ ਹਨ ਸਤਿਗੁਰੂ ਜੀ। ਦਵਸ ਹੰਸਰ ਦਵਸ ਸਹਿਸ ਤੁਰੰਗ। 2200 ਘੋੜ ਸਵਾਰ ਉੱਥੇ ਮਹਾਰਾਜ ਦੀ ਫੌਜ ਵਿੱਚ ਭਰਤੀ ਹਨ। 2000 ਤੇ 200 ਘੋੜੇ ਉਹਨਾਂ ਦੇ ਤਬੇਲਿਆਂ ਵਿੱਚ ਬੰਨੇ ਹੋਏ ਹਿਣਕਦੇ ਹਨ। ਪਤਰਿਓ ਪਰਿਓ ਰਹਿਤ ਨਿਤ ਸੰਗ। ਗੁਰੂ ਦੀਆਂ ਫੌਜਾਂ ਉਤਰੀਆਂ ਰਹਿੰਦੀਆਂ, ਤੰਬੂ ਲੱਗੇ, ਛਾਉਣੀਆਂ ਪਈਆਂ ਹੋਈਆਂ, ਥਾਂ ਥਾਂ ਤੇ ਗੁਰੂ ਕੇ ਸਿੱਖ ਘੋੜਿਆਂ ਦੀਆਂ ਮਾਲਿਸ਼ਾਂ ਕਰ ਰਹੇ ਨੇ।
ਕੋਈ ਘਾਹ ਪੱਠੇ ਦੀ ਸੇਵਾ ਕਰ ਰਹੇ ਨੇ, ਕੋਈ ਬਾਣੀ ਪੜ੍ਹ ਰਹੇ ਨੇ, ਕੋਈ ਦੇਗ ਲੰਗਰ ਦੀ ਸੇਵਾ ਕਰ ਰਹੇ ਨੇ। ਇਸ ਤਰ੍ਹਾਂ ਮਹਾਰਾਜ ਸਾਹਿਬ ਜੀ ਦੀ ਪਾਵਨ ਛਾਉਣੀ ਸ੍ਰੀ ਕੀਰਤਪੁਰ ਸਾਹਿਬ ਵਿਖੇ ਪਈ ਹੋਈ ਹੈ। ਵਾਹਨ ਪੁਸ਼ਟ ਕਰੇ ਬਹੁਮੋਲੇ, ਬੜੇ ਬੜੇ ਕੀਮਤੀ ਘੋੜੇ, ਬਲੀ ਘੋੜੇ, ਸੁੰਦਰ, ਕੋਈ ਨੁਕਰੇ, ਕੋਈ ਸਿੰਧੀ, ਕੋਈ ਅਰਬੀ, ਕੋਈ ਐਰਾਕੀ, ਵਧੀਆ ਵਧੀਆ ਨਸਲ ਦੇ ਚੰਗੇ ਘੋੜੇ, ਮਾਰਵਾੜੀ ਘੋੜੇ ਮਹਾਰਾਜ ਦੀਆਂ ਫੌਜਾਂ ਵਿੱਚ ਦਰਸ਼ਨ ਦਿੰਦੇ ਹਨ। ਥਾਨ ਸੁਹਾਵਤ ਸੁਨੀਅਤ ਬੋਲੇ, ਔਰ ਜਦੋਂ ਘੋੜੇ ਬੋਲਦੇ ਹਨ ਉਦੋਂ ਉਹ ਸ੍ਰੀ ਕੀਰਤਪੁਰ ਸਾਹਿਬ ਦੀਆਂ ਫਿਜ਼ਾਵਾਂ ਬੜੀਆਂ ਸੋਹਣੀਆਂ ਲੱਗਦੀਆਂ ਹਨ। ਥਾਂ ਥਾਂ ਦੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਫੌਜਾਂ ਦੀ ਛਾਉਣੀਆਂ ਪਈਆਂ ਹੋਈਆਂ ਵੇਖੀਆਂ ਹਨ ਦੂਤ ਨੇ। ਰੰਗ ਰੰਗ ਕੇ ਸੁੰਦਰ ਘੋਰੇ, ਰੰਗ ਰੰਗ ਦੇ ਘੋੜੇ ਹਨ, ਕੋਈ ਅਬਲਕ ਹਨ, ਕੋਈ ਐਨ ਚਿੱਟੇ ਦੁੱਧ ਵਰਗੇ, ਕੋਈ ਚੀਨੇ, ਤੇ ਕੋਈ ਸਾਧ ਸੰਗਤ ਜੀ ਨੁਕਰੇ, ਕੋਈ ਕਾਲੇ ਰੰਗ ਦੇ ਘੋੜੇ, ਤੇ ਕਈ ਰੰਗਾਂ ਦੇ ਘੋੜੇ, ਸੁੰਦਰ ਸੁੰਦਰ ਘੋੜੇ ਹਨ। ਬਹੁਕੂਦਤ ਚੰਚਲ ਤਨ ਜੋਰੇ, ਬੜੇ ਚੰਚਲ ਹਨ, ਕਿਉਂਕਿ ਮਹਾਰਾਜ ਇਹਨਾਂ ਘੋੜਿਆਂ ਨੂੰ 2200 ਘੋੜਿਆਂ ਨੂੰ ਰੋਜ਼ ਲੈ ਕੇ ਸ਼ਿਕਾਰ ਤੇ ਜਾਂਦੇ ਹਨ। ਫੌਜਾਂ ਰੋਜ਼ ਕਵਾਇਦ ਕਰਦੀਆਂ ਨੇ, ਰੋਜ਼ ਘੋੜਿਆਂ ਦੀ ਦੌੜ ਹੁੰਦੀ ਹੈ। ਇਸ ਕਰਕੇ ਘੋੜੇ ਬੜੇ ਫੁਰਤੀਲੇ ਹਨ। ਜੇ ਕਈ ਵਾਰੀ ਅਸੀਂ ਘੋੜੇ ਲੈ ਕੇ ਕਿੱਲੇ ਨਾਲ ਬੰਨ੍ਹ ਛੱਡਦੇ ਹਾਂ ਤੇ ਮੱਝ ਤੋਂ ਵੀ ਭੈੜੇ ਬਣ ਜਾਂਦੇ ਆ। ਘੋੜੇ ਨੂੰ ਤਾਂ ਰੋਜ਼ ਤੋਰਦੇ ਰਹੋ, ਮਾਲਿਸ਼ ਹੁੰਦੀ ਰਹੇ, ਘਾਹ ਪੱਠਾ ਪੈਂਦਾ ਰਹੇ, ਮਸਾਲਾ ਮਿਲਦਾ ਰਹੇ, ਘੋੜਾ ਤਿਆਰ ਬਰ ਤਿਆਰ ਰਹਿੰਦਾ। ਤੋ ਘੋੜੇ ਗੁਰੂ ਸਾਹਿਬ ਜੀ ਨੇ ਆਪ ਨਿਗਾਹ ਥੱਲੇ ਰੱਖੇ ਸਨ। ਸਾਧ ਸੰਗਤ ਜੀ 2200 ਘੋੜਿਆਂ ਦਾ ਦਾਣਾ ਜਿੱਥੇ ਰੋਜ਼ ਤਿਆਰ ਹੁੰਦਾ ਸੀ ਉਹਦਾ ਨਾਮ ਝਬੱਚਾ ਸਾਹਿਬ ਹੈ। ਗੁਰਦੁਆਰਾ ਕੀਰਤਪੁਰ ਸਾਹਿਬ ਤੋਂ ਤੁਸੀਂ ਤੁਰਦੇ ਹੋ, ਰੋਪੜ ਵੱਲ ਆਉਂਦੇ ਹੋ, ਤੇ ਖੱਬੇ ਪਾਸੇ ਨਹਿਰ ਤੋਂ ਪਾਰ ਉਹ ਗੁਰਦੁਆਰਾ ਹੁਣ ਵੀ ਮੌਜੂਦ ਹੈ। ਪਰ ਸਾਧ ਸੰਗਤ ਜੀ ਸੰਗਤਾਂ ਬਹੁਤ ਘਟ ਜਾਂਦੀਆਂ ਨੇ, ਇਸ ਕਰਕੇ ਹੁਣ ਦਰਬਾਰਾਂ ਦੀ ਹਾਲਤ ਮਸਤਾਨੀ ਹੁੰਦੀ ਜਾ ਰਹੀ ਹੈ, ਕਿਉਂਕਿ ਇਤਿਹਾਸ ਕੋਈ ਦੱਸਦਾ ਨਹੀਂ, ਉੱਥੇ ਕੋਈ ਜਾਂਦਾ ਨਹੀਂ। ਜੇ ਕੋਈ ਅਨੰਦਪੁਰ ਸਾਹਿਬ ਕੀਰਤਪੁਰ ਸਾਹਿਬ ਜਾਂਦਾ ਵੀ ਹੈ, ਕੋਈ ਬੁੱਢਾ ਚੜ੍ਹਾਈ ਕਰ ਜੇ ਤੇ ਉਹਦੇ ਫੁੱਲ ਤਾਰਨ ਜਾਂਦੇ ਆ, ਤੇ ਮਸੀਂ ਪਤਾਲਪੁਰੀ ਮੱਥਾ ਟੇਕਦੇ ਤੇ ਫਟਾਫਟ ਭੱਜਣ ਦੀ ਕਰਦੇ। ਪਹਿਲਾਂ ਤੇ ਇਹ ਸੀ ਨਾ ਵੀ ਕੋਈ ਬੱਸ ਤੇ ਜਾਂਦਾ ਸੀ ਜਾਂ ਕੋਈ ਪੈਦਲ ਜਾਂਦਾ ਸੀ, ਉਹ ਰਾਤ 2 ਰਾਤਾਂ ਉੱਥੇ ਰਹਿ ਕੇ ਚਲ ਮੱਥਾ ਟੇਕਦੇ। ਹੁਣ ਗੱਡੀਆਂ ਕਾਰਾਂ ਵਾਲੇ ਮਿੰਟੋ ਮਿੰਟੀ ਫਟਾਫਟ ਮਗਰੋਂ ਲਾਹਣ ਵਾਲਾ ਕੰਮ ਕਰਦੇ ਵੀ ਬਾਬੇ ਨੂੰ ਜਾਓ ਤੇ ਆਪਣੇ ਵਾਪਸ ਆ ਜਾਓ। ਜਿਹੜੇ ਪੁਰਾਤਨ ਸਿੰਘ ਸੀ ਨਾ, ਸਾਰਿਆਂ ਗੁਰਦੁਆਰਿਆਂ ਦੀ ਯਾਤਰਾ ਕਰਦੇ ਸੀ, ਥੋੜ੍ਹੀ ਥੋੜ੍ਹੀ ਮਾਇਆ ਮੱਥਾ ਟੇਕਦੇ ਸੀ ਤਾਂ ਕਿ ਉਹਨਾਂ ਗੁਰਦੁਆਰਿਆਂ ਦੀ ਸੇਵਾ ਹੁੰਦੀ ਰਹੇ। ਸੋ ਬਹੁਤ ਸਾਰੇ ਗੁਰਦੁਆਰੇ ਅਨੰਦਪੁਰ ਸਾਹਿਬ ਦੇ ਇਲਾਕੇ ਵਿੱਚ ਜਿਨ੍ਹਾਂ ਦੀ ਹਾਲਾਤ ਸਾਧ ਸੰਗਤ ਜੀ ਹੁਣ ਇੰਨੀ ਵਧੀਆ ਨਹੀਂ, ਸਫਾਈ ਨਹੀਂ, ਸੇਵਾਦਾਰ ਨਹੀਂ ਉੱਥੇ ਬਹੁਤੇ। ਇਹ ਪੰਥ ਨੂੰ ਧਿਆਨ ਦੇਣਾ ਚਾਹੀਦਾ ਹੈ ਵੀ ਆਪਣੀਆਂ ਇਤਿਹਾਸਕ ਨਿਸ਼ਾਨੀਆਂ ਕਿਤੇ ਖਤਮ ਨਾ ਹੋ ਜਾਣ। 2200 ਘੋੜਿਆਂ ਦਾ ਸਾਧ ਸੰਗਤ ਜੀ ਜਿੱਥੇ ਮਸਾਲਾ ਬਣਦਾ ਸੀਗਾ, ਉਹ ਜਗ੍ਹਾ ਦਾ ਨਾਮ ਹੈ ਗੁਰਦੁਆਰਾ ਝਬੱਚਾ ਸਾਹਿਬ। ਬਹੁਤ ਸੁੰਦਰ ਬਿਲਡਿੰਗ ਬਣੀ, ਪੁਰਾਤਨ, ਪਰ ਫਿਰ ਵੀ ਹੁਣ ਵਾਲੇ ਸਮੇਂ ਵਿੱਚ ਸੰਭਾਲ ਜਿਹੜੀ ਹੈ ਉਹ ਪੂਰੀ ਹੈ। ਸੋ ਉੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਇਲਾਕੇ ਦੇ ਵਿੱਚ ਬਹੁਤ ਸਾਰੀਆਂ ਨਿਸ਼ਾਨੀਆਂ ਨੇ ਜਿੱਥੇ ਘੋੜੀਆਂ ਫੌਜਾਂ ਰਹਿੰਦੀਆਂ ਸਨ, ਮਹਾਰਾਜ ਦੇ ਸਿੱਖ ਕਵਾਇਦ ਕਰਦੇ ਸਨ, ਸ਼ਿਕਾਰ ਖੇਡਦੇ ਸਨ। ਉਹ ਸਾਰਾ ਸ੍ਰੀ ਕੀਰਤਪੁਰ ਸਾਹਿਬ ਦਾ ਨਜ਼ਾਰਾ ਉਸ ਦੂਤ ਨੇ, ਔਰੰਗਜ਼ੇਬ ਦੇ ਦੂਤ ਨੇ ਅੱਖਾਂ ਨਾਲ ਵੇਖਿਆ ਹੈ। ਸਪਟ ਅਲੰਕ੍ਰਿਤ ਦਰਬ ਸਮੇਤਾ, ਕਹਿੰਦੇ ਮਹਾਰਾਜ ਦੀ ਫੌਜ ਦੇ ਜਵਾਨ ਵੀ 6.5 ਫੁੱਟੇ ਲੰਮੇ, ਉੱਚੇ ਸੁਨੱਖੇ, ਤੇ ਐਨ ਚੌੜੀਆਂ ਛਾਤੀਆਂ, ਹਾਥੀ ਦੀ ਸੁੰਡ ਵਰਗੀਆਂ ਲੰਮੀਆਂ ਬਾਹਾਂ, ਤੇ ਬੜੇ ਫੁਰਤੀਲੇ, ਤਿਆਰ ਬਰ ਤਿਆਰ ਸ਼ਸਤਰਾਂ ਬਸਤਰਾਂ ਨਾਲ ਸਜੇ ਹੋਏ ਹਨ। ਸੂਖਮ ਬਸਤਰ ਸ਼ਸਤਰ ਸੁਹੇਤਾ, ਗੁਣ ਸ਼ਸਤਰ ਵੀ ਚੰਗੇ ਸੋਹਣੇ ਪਾਏ ਹੋਏ ਨੇ, ਸੀਸ ਤੇ ਦੁਮਾਲੇ ਵੀ ਬੜੇ ਸੁੰਦਰ ਸਜਾਏ ਹੋਏ ਨੇ, ਬਸਤਰ ਵੀ ਚੰਗੇ, ਸ਼ਸਤਰ ਵੀ ਚੰਗੇ, ਸਿੱਖਾਂ ਦੀ ਸਿਹਤ ਵੀ ਚੰਗੀ। ਦੂਤ ਨੇ ਪਛਾਣਿਆ ਵੀ ਕੋਈ ਮਾਲਕ ਚੰਗਾ ਹੀ ਹੈ, ਕਿਉਂਕਿ ਜੇ ਮਾਲਕ ਚੰਗਾ ਹੋਵੇ ਤੇ ਆਪਣੀ ਫੌਜ ਨੂੰ ਚੰਗਾ ਰੱਖੇਗਾ। ਜੇ ਜਥੇਦਾਰ ਮਾਲਕ ਸੈਨਾਪਤੀ ਢਿੱਲਾ ਹੈ ਤੇ ਉਹਦੇ ਸਿਪਾਹੀ ਵੀ ਉੱਦਾਂ ਦੇ ਹੋ ਜਾਂਦੇ ਆ। ਸੋ ਫੌਜ ਚੜ੍ਹਦੀ ਕਲਾ ਦੀ ਵੇਖੀ ਹੈ ਤੇ ਫਿਰ ਉਹਨਾਂ ਨੇ ਅੰਦਾਜ਼ਾ ਲਾਇਆ ਵੀ ਇੱਥੇ ਕੋਈ ਐਵੇਂ ਨਹੀਂ ਬੈਠੇ ਹੋਏ ਚੂੜੀਆਂ ਪਾ ਕੇ, ਇਹ ਗੁਰੂ ਹਰਿਰਾਏ ਸਾਹਿਬ 7ਵੇਂ ਪਾਤਸ਼ਾਹ ਪੂਰੀ ਨਿਗਰਾਨੀ ਨਾਲ ਆਪਣੀ ਫੌਜ ਨੂੰ ਤਿਆਰ ਰੱਖਦੇ ਹਨ। ਮਚੇ ਜੁਧ ਮੁਖ ਮੋਹ ਰਹਿ ਨਾਹੀ, ਦੂਤ ਨੇ ਅੰਦਾਜ਼ਾ ਲਾਇਆ ਵੀ ਜੇ ਜੰਗ ਲੱਗ ਜਾਵੇ ਇਹ ਬੰਦੇ ਘੱਟ ਨਹੀਂ ਕਰਨਗੇ, ਇਹ ਕੋਈ ਕਿਸੇ ਤਰ੍ਹਾਂ ਵੀ ਘੱਟ ਨਹੀਂ ਆ, ਇਹਨਾਂ ਦੀ ਟ੍ਰੇਨਿੰਗ ਪੂਰੀ ਹੈ। 6ਵੇਂ ਪਾਤਸ਼ਾਹ ਜੋਤੀ ਜੋਤ ਸਮਾਨ ਵੇਲੇ ਮਹਾਰਾਜ 7ਵੇਂ ਪਾਤਸ਼ਾਹ ਨੂੰ ਦੱਸਿਆ ਸੀ ਵੀ ਫੌਜ ਪੂਰੀ ਤਿਆਰ ਰੱਖਣੀ ਹੈ, ਰੋਜ਼ ਸ਼ਿਕਾਰ ਖੇਡਣ ਜਾਣਾ, ਰੋਜ਼ ਘੋੜਿਆਂ ਦੀ ਦੌੜ ਕਰਾਉਣੀ ਹੈ, ਰੋਜ਼ ਸ਼ਸਤਰ ਵਿੱਦਿਆ ਦਾ ਅਭਿਆਸ ਕਰਨਾ,
ਤੇ ਪਰ ਜੰਗ ਤੁਹਾਨੂੰ 10ਵੇਂ ਜਾਮੇ 'ਚ ਲੋੜ ਪੈਣੀ ਹੈ। 6ਵੇਂ 7ਵੇਂ ਜਾਮੇ 'ਚ ਜੰਗ ਨਹੀਂ ਚਾਹੀਦਾ, 8ਵੇਂ 9ਵੇਂ 'ਚ ਵੀ ਜੰਗ ਨਹੀਂ ਹੋਣਾ। ਫੌਜ ਤਿਆਰ ਰੱਖਣੀ, 10ਵੇਂ ਜਾਮੇ ਵਿੱਚ ਫਿਰ ਫੌਜਾਂ ਨੂੰ ਜੰਗ ਕਰਨੇ ਪੈਣੇ ਆ। ਤੇ ਜੇ ਆਪਾਂ ਮਰਿਆਦਾ ਛੱਡ ਦਿਆਂਗੇ ਤੇ ਫਿਰ ਇੱਕਦਮ ਨਵੇਂ ਸਿਰਿਓਂ ਤਿਆਰੀ ਕਰਨੀ ਔਖੀ ਹੁੰਦੀ ਹੈ। ਆਹ ਸਾਧ ਸੰਗਤ ਜੀ, ਪਿਛਲੀ ਸਦੀ 'ਚ ਸਿੱਖਾਂ ਨੇ ਸ਼ਸਤਰ ਰੱਖਣੇ ਛੱਡ ਦਿੱਤੇ ਸੀਗੇ। 1984 ਦਿੱਲੀ, ਕਾਨਪੁਰ ਜਾਂ ਪੰਜਾਬ ਤੋਂ ਬਾਹਰ ਜੋ ਕੁਝ ਵਰਤਿਆ ਨਾ, ਉਹਦਾ ਕੋਈ ਦੋਸ਼ੀ ਨਹੀਂ ਦੂਜਾ ਸਿੱਖਾਂ ਤੋਂ ਇਲਾਵਾ। ਸਿੱਖ ਦੋਸ਼ੀ ਸੀ। ਕਿਉਂ? ਸਿੱਖਾਂ ਨੇ ਗੁਰੂ ਦਾ ਬਚਨ ਨਹੀਂ ਮੰਨਿਆ। गुरु का हुक्म है त्यार बर त्यार रहना। जब हमरे दर्शन को आवो, बन सुचेत तन शस्त्र सजावो, कमर कसा कर दियो दिखाई हमरी खुशी होए। जिथे शस्त्रधारी सिंह सी, हजूर साहब क्यों नहीं होया? कहते राजीव गांधी ने उत्थों के DC नूं फोन किया सी कि हजूर साहब भी इत्थे अग ला दिओ, साड़ दिओ। उन्हें अगों DC ने कहा भी इत्थे तां उल्टा लैणे दे देने पै जाने आ, क्योंकि हर घर दे विच इत्थे शस्त्रां दे कोठे भरे पए आ ते सारे लड़ाके है, सूरमे है। ते साध संगत जी, दिल्ली वाले वधिया वधिया टैलीविजन, वधिया वधिया गड्डियां। संत जरनैल सिंह जी कहते होंदे सी, कहते टैलीविजनां दे मगर ना पाओ, शस्त्र लो। पर मन्निया नहीं बचन, ते फिर की हाल होया। जदों भी मार पैंदी शस्त्र तो हीणे नूं ही पैंदी है। शस्त्र वाला जिहड़ा त्यार पर त्यार रहिंदा, किसे नूं मारे भावें ना मारे, पर आप नहीं मरदा। क्यों? अगला डर के ही भज जांदा। सो गुरु साहब सच्चे पातशाह ने, गुरु हरगोबिंद साहब ने कहा सी भी त्यार बर त्यार रहना। जंग नहीं करन दी लोड़ पैनी, जंग 10वें जामे च करांगे। तो वो 7वें पातशाह फौजां त्यार रखियां ते उन्हां दा जाहो जलाल औरंगजेब दा दूत देख रहा है। ऐसो दल उतरियो परमाही। इहो जिहा दल है गुरु दे कोल, इहो जी सेना है गुरु दे कोल, इहो जे लड़ाके हन। जे इन्हां दे नाल कोई आके टक्कर लवे, ये घट नहीं गुजारनगे, औरंगजेब ते भी दंद खट्टे कर देणगे। ते गुरु साहब दे नाल भी बड़े बड़े सूरमे 6.5 फुटे जवान, शस्त्रां नाल सजे, त्यार पर त्यार, ढालां, तलवारां, बरछियां, बंदूकां फड़ियां होईयां। ते गुरु साहब जी दी शान बादशाह वाली है। वो जिहड़े गुरु के प्यार वाले वो फौजी हन 2200, उन्हां विचों कई वो हन ਜਿਹੜੇ ਗੁਰੂ ਮਹਾਰਾਜ ਨੂੰ ਆਪਣਾ ਜੀਵਨ ਪੂਰੀ ਤਰ੍ਹਾਂ ਸਮਰਪਿਤ ਕਰਕੇ ਨਿਸ਼ਕਾਮ ਸੇਵਾ ਕਰਦੇ। ਸ਼ਾਦੀ ਨਹੀਂ ਕਰਾਈ, ਵਿਆਹ ਨਹੀਂ ਕਰਾਇਆ, ਵੀ ਗੁਰੂ ਦੀ ਫੌਜ ਵਿੱਚ ਹੀ ਰਹਿਣਾ ਹੈ। ਆਪਾਂ ਕੀ ਲੈਣਾ ਦੁਨੀਆ ਤੋਂ? ਉਹ ਕੁਛ ਵੀ ਨਹੀਂ ਲੈਂਦੇ ਸਿਵਾਏ 2 ਚੋਲਿਆਂ ਦੇ ਤੇ 1-2 ਕਛਹਿਰਿਆਂ ਦੇ। ਬਸ ਇੰਨੀ ਕਿ ਉਹਨਾਂ ਦੀ ਗੁਰੂ ਤੋਂ ਮੰਗ ਹੈ ਵੀ 2 ਚੋਲੇ ਮਿਲ ਜਾਣ ਸਾਲ ਦੇ, 2 ਕਛਹਿਰੇ ਮਿਲ ਜਾਣ, 1 ਧੋ ਲਿਆ, 1 ਪਾ ਲਿਆ, ਤੇ ਪ੍ਰਸ਼ਾਦਾ ਗੁਰੂ ਦੇ ਲੰਗਰ 'ਚ ਜੋ ਮਿਲਿਆ ਛਕ ਲਿਆ ਤੇ ਫੌਜ ਵਿੱਚ ਰਹੇ। ਦੂਜੇ ਉਹ ਹਨ ਜਿਹੜੇ ਕਹਿੰਦੇ ਵੀ ਸਾਡੇ ਪਿੱਛੇ ਪਰਿਵਾਰ ਵੀ ਹੈ, ਬੱਚੇ ਵੀ ਨੇ, ਉਹਨਾਂ ਨੇ ਰੋਟੀ ਖਾਣੀ ਹੈ, ਪਰ ਨੌਕਰੀ ਅਸੀਂ ਗੁਰੂ ਦੀ ਕਰਨੀ ਹੈ। ਉਹਨਾਂ ਨੂੰ ਸਤਿਗੁਰੂ ਤਨਖਾਹ ਦਿੰਦੇ ਹੈ ਤੇ ਉਹ ਆਪਣੇ ਪਰਿਵਾਰਾਂ ਨੂੰ ਪਿੱਛੇ ਥੋੜ੍ਹਾ ਬਾਲਾ ਖਰਚਾ ਭੇਜ ਦਿੰਦੇ ਹੈ। ਇਸ ਤਰ੍ਹਾਂ ਗੁਰੂ ਸਾਹਿਬ ਜੀ ਦੀ ਫੌਜ ਬਣੀ ਬਣਾਈ ਤਿਆਰ ਬਰ ਤਿਆਰ ਰਹਿੰਦੀ ਹੈ। ਕੁਝ ਨੌਕਰ ਰੱਖੇ ਹਨ ਫੌਜ ਦੇ ਵਿੱਚ ਤਨਖਾਹ ਤੇ ਕੁਝ ਫਰੀ ਸੇਵਾ ਕਰਦੇ ਹਨ ਫੌਜ ਵਿੱਚ। ਤੇ ਮਹਾਸੂਰਮੇ ਹਨ। ਇਹਨਾਂ ਵਿੱਚੋਂ ਬਹੁਤੇ ਤਾਂ 6ਵੇਂ ਪਾਤਸ਼ਾਹ ਦੇ ਸਮੇਂ ਦੇ ਹੀ ਹਨ, ਜਿਹੜੇ 6ਵੇਂ ਪਾਤਸ਼ਾਹ ਦੇ ਨਾਲ 4 ਜੰਗਾਂ 'ਚ ਲੜੇ ਨੇ। ਜ਼ਿਆਦਾਤਰ ਉਹ ਫੌਜੀ ਹਨ ਤੇ ਨਵੇਂ ਵੀ ਭਰਤੀ ਹੁੰਦੇ ਹਨ। ਗੁਰੂ ਸਾਹਿਬ ਹਰ ਸਾਲ ਨੌਜਵਾਨਾਂ ਨੂੰ, ਜਿਹੜੇ 15-16 ਸਾਲ ਦੇ ਗੱਭਰੂ ਹੁੰਦੇ ਨੇ, ਉਹਨਾਂ ਨੂੰ ਮਹਾਰਾਜ ਆਪਣੀ ਫੌਜ 'ਚ ਭਰਤੀ ਕਰਦੇ, ਉਹਨੂੰ ਟ੍ਰੇਨਿੰਗ ਦਿੰਦੇ ਆ ਘੋੜ ਸਵਾਰੀ ਦੀ, ਸ਼ਸਤਰ ਵਿੱਦਿਆ ਦੀ। ਆਪ 7ਵੇਂ ਪਾਤਸ਼ਾਹ ਕੋਲ ਖੜ ਕੇ ਸ਼ਸਤਰ ਵਿੱਦਿਆ ਸਿਖਾਉਂਦੇ ਹਨ। ਕੀਰਤਪੁਰ ਸਾਹਿਬ ਤਾਂ ਸਵਰਗ ਦਾ ਨਜ਼ਾਰਾ ਹੈ। ਪਹਾੜੀ ਉੱਪਰ ਪਹਾੜੀਆਂ ਹਨ, ਇੱਕ ਪਾਸੇ ਦਰਿਆ ਸਤਲੁਜ ਹੈ, ਹਰੀ ਭਰਤੀ ਧਰਤੀ ਹੈ। ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਥੇ ਚਰਨ ਪਾਏ ਸਨ ਤੇ ਬਚਨ ਕੀਤਾ ਸੀ ਸਾਡੀ ਨਗਰੀ ਵਸੇਗੀ। ਕੀਰਤਪੁਰ ਸਾਹਿਬ ਵਸੀ ਹੈ। ਉਹ ਕੀਰਤਪੁਰ ਸਾਹਿਬ ਦੇ ਨਜ਼ਾਰੇ ਜਦੋਂ ਔਰੰਗਜ਼ੇਬ ਦੇ ਦੂਤ ਨੇ ਵੇਖੇ ਹਨ। ਲਸ਼ਕਰ ਭਰਿਓ ਬਨਿਓ ਸ਼ਬਸੂਤ। ਗੁਰੂ ਦੀਆਂ ਫੌਜਾਂ, ਗੁਰੂ ਦਾ ਲਸ਼ਕਰ ਥਾਂ ਥਾਂ ਤੇ ਖਿਲ ਰਿਹਾ। 2200 ਘੋੜੇ ਇੱਕ ਥਾਂ ਤੇ ਥੋੜ੍ਹਾ ਹੁੰਦੇ, ਮੀਲਾਂ ਵਿੱਚ ਫੈਲ ਜਾਂਦੇ, ਥਾਂ ਥਾਂ ਤੇ ਛਾਉਣੀਆਂ ਪਈਆਂ ਹੋਈਆਂ ਹਨ। ਸ਼੍ਰੀ ਹਰਿ ਰਾਏ ਗੁਰੂ ਸੁਖਕਾਰੀ। 7ਵੇਂ ਪਾਤਸ਼ਾਹ ਸੁੱਖਾਂ ਦੇ ਦਾਤੇ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਦੀ ਇਹ ਫੌਜ ਹੈ। ਜਾਨੀ ਸਭ ਸੁਧਰੇ ਦੇ ਮਝਾਰੀ। ਜਾਣੀ ਜਾਣ ਮਹਾਰਾਜ ਜਾਣ ਗਏ ਵੀ ਬਾਦਸ਼ਾਹ ਨੇ ਦੂਤ ਭੇਜਿਆ ਔਰੰਗਜ਼ੇਬ ਨੇ, ਹੁਣ ਉਹਨੂੰ ਮਿਲਣਾ ਪੈਣਾ, ਉਹਦੀ ਗੱਲਬਾਤ ਸੁਣਨੀ ਪੈਣੀ ਹੈ। ਕਹਿ ਕਰ ਸੁੰਦਰ ਸਭਾ ਲਗਾਏ। ਕੱਲ ਨੂੰ ਬਈ ਉਹ ਦਰਬਾਰ ਵਿੱਚ ਹਾਜ਼ਰ ਹੋਵੇ, ਉਹਨੇ ਆਉਣਾ, ਤੁਸੀਂ ਸਭਾ ਸਜਾਓ, ਦੀਵਾਨ ਲਾਓ। ਬੜਾ ਸੋਹਣਾ ਦਰਬਾਰ ਸਜਾਇਆ ਗਿਆ ਹੈ।
ਕਿਲਮ ਗਲੀਚਾ ਪਟ ਵਿਛਵਾਏ ਬੜੇ ਸੋਹਣੇ ਗਿਲਮ ਗਲੀਚੇ ਕਾਲੀਨ ਸੁੰਦਰ ਦਰੀਆਂ ਚਾਦਰਾਂ ਵਿਛਾਈਆਂ ਗਈਆਂ ਜ਼ਮੀਨ ਤੇ ਜੋ ਬਦਾਰ ਬਹ ਖਰੇ ਟਲੈਤ ਤੇ ਬੜੇ ਢਾਲਾਂ ਤਲਵਾਰਾਂ ਬਰਛਿਆਂ ਵਾਲੇ ਗੱਭਰੂ ਗੁਰਸਿੱਖ ਤਿਆਰ ਬਰ ਤਿਆਰ ਢਾਲਾਂ ਲੈ ਕੇ ਬਰਛੇ ਲੈ ਕੇ ਬੰਦੂਕਾਂ ਲੈ ਕੇ ਇਦਾਂ ਖੜੇ ਨੇ ਮਹਾਰਾਜ ਦੇ ਦਰਬਾਰ ਵਿੱਚ। ਆ ਚੋਭਾਂ ਜਿਹੜੀਆਂ ਚਾਂਦੀ ਦੀਆਂ ਮਹਾਰਾਜ ਦੇ ਹਜ਼ੂਰੀ 'ਚ ਪਈਆਂ ਨਾ, ਇਹਨੂੰ ਚੋਭ ਕਹਿੰਦੇ ਆ। ਇਹ ਸੋਨੇ ਦੀਆਂ ਤੇ ਚਾਂਦੀ ਦੀਆਂ ਫੜ ਕੇ ਹੱਥ ਵਿੱਚ ਰਾਜਿਆਂ ਮਹਾਰਾਜਿਆਂ ਦੇ ਦਰਬਾਰ 'ਚ ਚੋਭਦਾਰ ਖੜਦੇ। ਇਸ ਤਰ੍ਹਾਂ ਗੁਰੂ ਸਾਹਿਬ ਦੇ ਸਾਹਮਣੇ ਵੀ ਸ਼ਸਤਰਧਾਰੀ ਯੋਧੇ ਚੋਭਾਂ ਲੈ ਕੇ ਖੜੇ ਹਨ। ਕੰਚਨ ਦੰਡ ਕਰਨ ਮਹਿਲੈਤ ਹੱਥ ਵਿੱਚ ਸੋਨੇ ਦੇ ਡੰਡੇ ਸੋਨੇ ਦੀਆਂ ਚੋਭਾਂ ਫੜੀਆਂ ਹਨ। ਚਾਰ ਚੰਦੋਵਾ ਚਿਤਰਤ ਜ਼ਰੀ ਬੜਾ ਚਿੱਤਰਕਾਰੀ ਨਾਲ ਸਜਾਇਆ ਹੋਇਆ ਜਰੀਦਾਰ ਸੁੰਦਰ ਚੰਦੋਆ ਸਤਿਗੁਰੂ ਜੀ ਦੇ ਸੀਸ ਤੇ ਲਾਇਆ ਗਿਆ ਹੈ। ਨਗ ਵਿੱਚ ਜੜਤੀ ਮੁਕਤਨ ਲਰੀ ਵਿੱਚ ਹੀਰੇ ਮੋਤੀ ਜਵਾਹਰਾਤ ਜੜੇ ਨੇ, ਮੋਤੀਆਂ ਦੀਆਂ ਲੜੀਆਂ ਝਲਕਦੀਆਂ ਨੇ ਰੇਸ਼ਮ ਕੀ ਡੋਰੈ ਸੁਟਤਾਨੀ ਔਰ ਰੇਸ਼ਮ ਦੀਆਂ ਡੋਰਾਂ ਦੇ ਨਾਲ ਉਹਨੂੰ ਚਾਰੇ ਪਾਸਿਓਂ ਖਿੱਚਾਂ ਪਾ ਕੇ ਬੰਨਿਆ ਗਿਆ ਹੈ। ਝਾਲਰ ਜ਼ਰੀ ਚੁਲਤ ਸ਼ਬਖਾਨੀ ਉਸ ਚੰਦੋਏ ਦੀ ਝਾਲਰ ਜਰੀਦਾਰ ਬੜੀ ਸੁੰਦਰ ਹੈ। ਸਤਗੁਰ ਮੰਦ ਮੰਦ ਚਲ ਆਏ ਸਹਿਜੇ ਸਹਿਜੇ ਹੌਲੇ ਹੌਲੇ ਸੱਚੇ ਪਾਤਸ਼ਾਹ ਜੀ ਮਹਾਰਾਜ ਤੁਰਦੇ ਹੋਏ ਦਰਬਾਰ ਵਿੱਚ ਆਏ ਹਨ। ਸਤਿਗੁਰੂ ਹਰਿਰਾਏ ਸਾਹਿਬ ਜੀ ਬੈਠ ਸਿੰਘਾਸਨ ਮਾਹਿ ਸਹਾਇ ਔਰ ਮਹਾਰਾਜ ਆਪਣੇ ਪਾਵਨ ਸਿੰਘਾਸਣ ਤੇ ਬਿਰਾਜਮਾਨ ਹੋਏ ਹਨ। ਮਨੋ ਸ਼ਾਂਤ ਰਸ ਧਰਿਓ ਸਰੀਰਾ ਮਹਾਰਾਜ ਸੱਚੇ ਪਾਤਸ਼ਾਹ ਜੀ ਸ਼ਸਤਰਾਂ ਨਾਲ ਸਜੇ ਹੋਏ ਵੀ ਸ਼ਾਂਤ ਸਰੂਪ ਨਜ਼ਰ ਆਉਂਦੇ ਹਨ। ਇਦਾਂ ਲੱਗਦਾ ਜਿਵੇਂ ਸ਼ਾਂਤੀ ਦਾ ਸਰੀਰ ਬਣਿਆ ਹੋਵੇ, ਸ਼ਾਂਤੀ ਦਾ ਹੀ ਰੂਪ ਹਨ। ਗਿਆਨ ਵਿਰਾਗ ਭਰੇ ਔਰ ਧੀਰਾ ਹਿਰਦੇ ਵਿੱਚ ਭਗਤੀ ਬੈਰਾਗ ਗਿਆਨ ਭਰਿਆ ਪਿਆ ਹੈ। ਚਮਰ ਚਾਰ ਢੋਰਤ ਦਿਸ਼ਚਾਰੀ ਦੋਵੇਂ ਪਾਸੇ ਚੌਰ ਬਰਦਾਰ ਖੜੇ ਚੌਰ ਲੈ ਕੇ ਸੀਸ ਤੇ ਚੌਰ ਕਰਦੇ ਹਨ। ਬਿਜਨਾ ਚਮਕਤ ਰਵ ਅਨੁਹਾਰੀ ਔਰ ਸਾਧ ਸੰਗਤ ਜੀ ਪੱਖਾ ਜਿਹੜਾ ਹੈ ਉਹ ਪਿੱਛੋਂ ਜਿਹਦੇ ਵਿੱਚ ਸੁੰਦਰ ਸ਼ੀਸ਼ੇ ਦੀਆਂ ਟੁਕੜੀਆਂ ਹੀਰੇ ਮੋਤੀ ਜੜ ਕੇ ਵਧੀਆ ਸੰਗਤ ਸ਼ਿੰਗਾਰਿਆ ਸਵਾਰਿਆ ਪੱਖਾ ਉਹ ਪਿੱਛੇ ਝੁਲਾਇਆ ਜਾਂਦਾ ਹੈ ਸਤਿਗੁਰੂ ਜੀ ਦੇ। ਅਨਕ ਮਸੰਦ ਮੇਵੜੇ ਆਏ ਔਰ ਬਹੁਤ ਸਾਰੇ ਮਸੰਦ ਤੇ ਮੇਵੜੇ ਆਪਣੀ ਆਪਣੀ ਪੋਜੀਸ਼ਨ ਦੇ ਮੁਤਾਬਕ ਸ਼ਾਹੀ ਦਰਬਾਰ ਵਿੱਚ ਆ ਕੇ ਬੈਠ ਗਏ ਹਨ ਗੁਰੂ ਜੀ ਦੇ। ਬੜੇ ਧਨਾੜ ਬਸਤਰ ਸ਼ਬ ਪਾਏ ਉਹ ਮੇਵੜੇ ਤੇ ਮਰਦਾ ਜਿਹੜੇ ਗੁਰੂ ਘਰ ਦੇ ਮਸੰਦ ਹਨ ਉਹ ਬੜੇ ਧਨਾੜ ਹਨ, ਅਮੀਰ ਹਨ। ਕੱਪੜੇ ਬੜੇ ਬੜੇ ਮਹਿੰਗੇ ਸੁੰਦਰ ਉਹਨਾਂ ਨੇ ਰੇਸ਼ਮ ਦੇ ਚੋਲੇ ਪਹਿਨੇ ਹੋਏ ਨੇ, ਸਿਲਕ ਦੇ ਚੋਲੇ ਪਹਿਨੇ ਹੋਏ ਨੇ ਤੇ ਮਹਾਰਾਜ ਦੇ ਦਰਬਾਰ ਵਿੱਚ ਸੁੰਦਰ ਦਸਤਾਰਾਂ ਸਜਾ ਕੇ ਮਸੰਦ ਸਾਰੇ ਬੈਠ ਗਏ ਨੇ। ਜੇ ਨਾ ਕਰਜੋ ਦਾ ਸਭ ਧਾਨਾ ਜਿਹੜੇ ਗੁਰੂ ਦੀ ਫੌਜ ਦੇ ਸਿਪਾਹੀ ਨੇ, ਜਿਹੜੇ ਨੌਕਰ ਨੇ, ਸਭ ਯੋਧੇ ਸਾਵਧਾਨ ਹੋ ਕੇ ਥਾਂ ਥਾਈਂ ਖੜ ਗਏ ਨੇ, ਕਿਉਂਕਿ ਰਾਜਿਆਂ ਮਹਾਰਾਜਿਆਂ ਦੀ ਸ਼ਾਨ ਅੱਜ ਬਾਦਸ਼ਾਹ ਔਰੰਗਜ਼ੇਬ ਦੇ ਦੂਤ ਨੂੰ ਦਿਖਾਣੀ ਹੈ। ਉਸੇ ਤਰ੍ਹਾਂ ਹੀ ਬਾਦਸ਼ਾਹਾਂ ਵਾਲਾ ਦਰਬਾਰ ਸਜਿਆ ਹੈ ਸਤਵੇਂ ਪਾਤਸ਼ਾਹ ਜੀ ਦਾ। ਬਸਤਰ ਸ਼ਸਤਰ ਸਜ ਕੇ ਬਿਦਨਾਨਾ ਨਾਨਾ ਪ੍ਰਕਾਰ ਦੇ ਸ਼ਸਤਰ ਬਸਤਰ ਸਜਾ ਕੇ ਸਭਾ ਬਿਖੈ ਚਲ ਕੇ ਸਭ ਆਏ ਸਭਾ ਦੇ ਵਿੱਚ ਮਹਾਰਾਜ ਵਿਰਾਜੇ ਨੇ, ਸਾਰੇ ਆ ਕੇ ਬੈਠ ਗਏ ਨੇ। ਪੰਗਤ ਲਾਏ ਬੈਠ ਸਮੁਦਾਇ ਆਪਣੀ ਆਪਣੀ ਥਾਂ ਤੇ ਪੰਗਤ ਵਿੱਚ ਸੰਗਤ ਵਿੱਚ ਬੈਠ ਗਏ ਹਨ। ਗਨ ਦੇਸ਼ਨ ਕੀ ਸੰਗਤ ਜੋਈ ਦੇਸਾਂ ਪ੍ਰਦੇਸਾਂ ਤੋਂ ਜਿਹੜੀ ਸੰਗਤ ਆਈ ਹੋਈ ਸੀ, ਕੋਈ ਕਸ਼ਮੀਰ ਦੀ ਸੰਗਤ, ਕੋਈ ਮੁਲਤਾਨ ਦੀ ਸੰਗਤ, ਕੋਈ ਲਾਹੌਰ ਦੀ ਸੰਗਤ, ਕੋਈ ਮਾਝੇ ਮਾਲਵੇ ਦੁਆਬੇ, ਕੋਈ ਦਿੱਲੀ ਪੋਠੋਹਾਰ, ਕੋਈ ਕਿਤੋਂ ਦੀ, ਕੋਈ ਦੱਖਣ ਦੀ, ਕੋਈ ਪੂਰਬ ਦੀ ਸੰਗਤ ਦਰਸ਼ਨ ਹਿਤ ਉਤਰੀ ਪੁਰਸੋਈ ਜੋ ਮਹਾਰਾਜ ਦੀ ਨਗਰੀ 'ਚ ਆਈ ਹੋਈ ਹੈ। ਹਜ਼ਾਰਾਂ ਸੰਗਤਾਂ ਰੋਜ਼ ਆਉਂਦੀਆਂ ਰਹਿੰਦੀਆਂ ਸੀ। ਸੰਗਤਾਂ ਰੋਜ਼ ਮਹਾਰਾਜ ਦੇ ਦਰਸ਼ਨਾਂ ਲਈ ਜਥੇ ਬੰਨ ਕੇ ਆਉਂਦੀਆਂ, ਕੀਰਤਨ ਕਰਦੀਆਂ ਆਉਂਦੀਆਂ, ਕੀਰਤਨ ਕਰਦੀਆਂ ਜਾਂਦੀਆਂ। ਸੰਗਤਾਂ ਬਹੁਤ ਆਈਆਂ ਹੋਈਆਂ ਹਨ। ਸਬਲੇ ਕਰਗਰ ਭੇਟ ਵਿਸਾਲਾ ਸਾਰੇ ਸਿੱਖ ਆਪਣੀਆਂ ਆਪਣੀਆਂ ਭੇਟਾਂ ਲੈ ਕੇ ਮੱਥਾ ਟੇਕਣ ਦਰਬਾਰ ਵਿੱਚ ਆਏ ਨੇ। ਸਭਾ ਵਿਖੇ ਪਹੁੰਚੀ ਤਤਕਾਲਾ ਸੰਗਤਾਂ ਸਭਾ ਵਿੱਚ ਹਾਜ਼ਰ ਹੋ ਗਈਆਂ ਨੇ। ਕੋਈ ਵਧੀਆ ਘੋੜਾ ਲੈ ਕੇ ਆਇਆ ਹੈ ਗੁਰੂ ਘਰ ਵਾਸਤੇ, ਕੋਈ ਸ਼ਸਤਰ, ਕੋਈ ਬਸਤਰ, ਕੋਈ ਮਾਇਆ ਦੇ ਗੱਫੇ ਲੈ ਕੇ ਆਇਆ ਹੈ, ਕੋਈ ਲੰਗਰਾਂ ਵਾਸਤੇ ਰਸਤਾਂ ਬਸਤਾਂ ਲੈ ਕੇ ਆਏ ਹਨ ਸਿੱਖ ਦੇਸਾਂ ਪ੍ਰਦੇਸਾਂ ਤੋਂ। ਦਰਸ਼ਨ ਪਿਖਤ ਹੋਏ ਅਰਦਾਸ ਮਹਾਰਾਜ ਸਤਵੇਂ ਪਾਤਸ਼ਾਹ ਦੇ ਦਰਸ਼ਨ ਕਰ ਰਹੀਆਂ ਨੇ ਸੰਗਤਾਂ ਤੇ ਮੇਵੜਾ ਉਹਨਾਂ ਸੰਗਤਾਂ ਦੀਆਂ ਭੇਟਾਵਾਂ ਦੀ ਅਰਦਾਸ ਕਰਦਾ ਹੈ। ਬੰਦਾ ਹੈ ਚੌਂਦਿਸ਼ ਤੇ ਸੁਖਰਾਸ ਔਰ ਮਹਾਰਾਜ ਨੂੰ ਚਾਰੇ ਪਾਸਿਓਂ ਮੱਥੇ ਟੇਕੇ ਜਾ ਰਹੇ ਨੇ। ਸਭ ਸ੍ਰਿਸ਼ਟੀ ਨਮਸਕਾਰ ਕਰ ਰਹੀ ਹੈ ਸਤਵੇਂ ਪਾਤਸ਼ਾਹ ਜੀ ਨੂੰ। ਕੇਤਕ ਘਟਕਾ ਜਬ ਹੈ ਬਿਤਾਈ ਜਦੋਂ ਕੁਝ ਘੜੀਆਂ ਬੈਠਿਆਂ ਨੂੰ ਦਰਬਾਰ ਵਿੱਚ ਬੀਤ ਗਈਆਂ, ਪਠ ਜਨ ਲੀਨਸ ਦੂਤ ਬੁਲਾਈ ਮਹਾਰਾਜ ਨੇ ਸੇਵਾਦਾਰ ਭੇਜ ਕੇ ਔਰੰਗਜ਼ੇਬ ਦੇ ਦੂਤ ਨੂੰ ਸੱਦਾ ਭੇਜਿਆ ਵੀ ਆ ਜਾ ਬਈ,
ਤੂੰ ਦਰਬਾਰ ਵਿੱਚ ਮਹਾਰਾਜ ਦੇ ਦਰਸ਼ਨ ਕਰ ਲੈ। ਜਿਹੜਾ ਬਾਦਸ਼ਾਹ ਨੇ ਦੂਤ ਭੇਜਿਆ ਸੀ ਔਰੰਗਜ਼ੇਬ ਨੇ, ਉਹ ਬਾਦਸ਼ਾਹ ਦਾ ਪਰਵਾਨਾ ਲੈ ਕੇ ਸੰਗਤ ਵਿੱਚ ਹਾਜ਼ਰ ਹੋਇਆ ਹੈ। ਆਏ ਪ੍ਰਵੇਸ਼ਿਓ ਸਭਾ ਆਨੰਦਤ। ਉਹਨੇ ਆ ਕੇ ਗੁਰੂ ਦੀ ਸਭਾ ਵੇਖੀ। ਬਹੁਤ ਸੰਗਤਾਂ, ਹਜ਼ਾਰਾਂ ਸੰਗਤਾਂ ਬੈਠੀਆਂ ਹੋਈਆਂ, ਦਰਬਾਰ ਖਚਾ ਖਚ ਭਰਿਆ ਹੋਇਆ, ਸੂਰਬੀਰ ਯੋਧੇ ਤਿਆਰ ਬਰ ਤਿਆਰ ਸਜੇ ਹੋਏ। ਮਹਾਰਾਜ ਸੱਚੇ ਪਾਤਸ਼ਾਹ ਕਲਗੀਆਂ ਤੋੜੇ ਲਾ ਕੇ ਬਾਦਸ਼ਾਹੀ ਠਾਠ ਦੇ ਨਾਲ ਬੈਠੇ ਹਨ। ਚੌਹਦਿਸ਼ ਮਹਿਪੂਜਤ ਬਰ ਬੰਦਤ। ਔਰ ਬੜਾ ਹੀ ਸੁੰਦਰ ਸਰੂਪ ਸਤਿਗੁਰਾਂ ਦਾ ਸੰਗਤਾਂ ਦੇਖ ਰਹੀਆਂ ਹਨ ਤੇ ਮੱਥੇ ਟੇਕ ਰਹੀਆਂ ਹਨ। ਹੇਰਤ ਨਮਰ ਭਇਓ ਕਰ ਜੋਰੇ। ਵੇਖ ਵੇਖ ਕੇ ਨਮਸਕਾਰਾਂ ਕਰਦਾ ਹੈ, ਹੱਥ ਜੋੜਦਾ ਹੈ। ਬੈਠਿਓ ਜਹਾਂ ਬਤਾਏ ਬਠੌਰੇ। ਜਿੱਥੇ ਸਾਧ ਸੰਗਤ ਜੀ ਉਹਨੂੰ ਜਗ੍ਹਾ ਦੱਸੀ ਵੀ ਇੱਥੇ ਬਹਿਣਾ ਹੈ, ਕਿਉਂਕਿ ਮਰਿਆਦਾ ਹੁੰਦੀ ਹੈ ਦਰਬਾਰਾਂ ਵਿੱਚ ਬੈਠਣ ਦੀ ਵੀ, ਤਾਂ ਦੂਤ ਜਿੱਥੇ ਬੈਠ ਸਕਦਾ ਹੈ ਉੱਥੇ ਉਸ ਦੂਤ ਨੂੰ ਬਿਠਾਇਆ ਹੈ। ਪੁਨ ਆਗੇ ਧਰ ਕਰ ਪਰਵਾਨਾ। ਉਹਨੇ ਬੈਠ ਕੇ ਬੜੀ ਨਿਮਰਤਾ ਨਾਲ ਹੱਥ ਜੋੜ ਕੇ ਆਖਿਆ, ਸੱਚੇ ਪਾਤਸ਼ਾਹ ਜੀ, ਬਾਦਸ਼ਾਹ ਔਰੰਗਜ਼ੇਬ ਨੇ ਤੁਹਾਡੇ ਚਰਨਾਂ 'ਚ ਆ ਇੱਕ ਬੇਨਤੀ ਪੱਤਰ ਭੇਜਿਆ ਹੈ। ਇਹ ਬਾਦਸ਼ਾਹ ਦਾ ਪਰਵਾਨਾ ਲੈ ਕੇ ਆਇਆ ਹਾਂ। ਨੌਰੰਗ ਕੋ ਬਿਰਤਾਂਤ ਬਖਾਨਾ। ਔਰੰਗਜ਼ੇਬ ਬਾਦਸ਼ਾਹ ਤੁਹਾਡੇ ਦਰਸ਼ਨ ਕਰਨੇ ਚਾਹੁੰਦਾ ਹੈ। ਬਹੁਤ ਮੁਤਲਾਸੀ ਹੈ ਤੁਹਾਡੇ ਦਰਸ਼ਨਾਂ ਦਾ, ਬਹੁਤ ਤੁਹਾਡੀ ਸੋਭਾ ਸੁਣੀ ਹੈ ਤੇ ਤੁਹਾਨੂੰ ਮਿਲਣਾ ਚਾਹੁੰਦਾ ਹੈ। ਯਾਦ ਕਰਿਓ ਤੁਮ ਕੋ ਪਤਸ਼ਾਹੂ। ਬਾਦਸ਼ਾਹ ਨੇ ਤੁਹਾਨੂੰ ਯਾਦ ਕੀਤਾ ਹੈ, ਕਿਰਪਾ ਕਰਕੇ ਦਿੱਲੀ ਦੇ ਵਿੱਚ ਤਸ਼ਰੀਫ ਲੈ ਚਲੋ। ਆਪਣੇ ਮੁਕੱਦਸ ਪਵਿੱਤਰ ਚਰਨ ਦਿੱਲੀ ਪਾ ਕੇ ਸਾਡੇ ਘਰ ਪਵਿੱਤਰ ਕਰੋ। ਮੋਕਹ ਪਠਿਓ ਸ਼ਪਰ ਨਿਜ ਪਾਹੂ। ਔਰ ਮੈਨੂੰ ਤੁਹਾਡੇ ਕੋਲ ਭੇਜਿਆ ਹੈ। ਸੱਚੇ ਪਾਤਸ਼ਾਹ ਜੀ, ਮੈਂ ਬਾਦਸ਼ਾਹ ਵੱਲੋਂ ਇਹ ਬਿਨਾਂ ਪੱਤਰ ਲੈ ਕੇ ਆਇਆ ਹਾਂ। ਬਨਹ ਆਪ ਕੋ ਚਲਬੋ ਤੂਰਨ। ਆਪ ਜੀ ਨੂੰ ਛੇਤੀ ਜਾਣਾ ਚਾਹੀਦਾ ਹੈ, ਕਿਉਂਕਿ ਬਾਦਸ਼ਾਹ ਸਲਾਮਤ ਬਹੁਤ ਦਿਨਾਂ ਤੋਂ ਉਡੀਕਦੇ ਹਨ ਕਿ ਗਰੀਬ ਨਵਾਜ ਗੁਰੂ ਜੀ ਸਾਨੂੰ ਛੇਤੀ ਤੋਂ ਛੇਤੀ ਆ ਕੇ ਦਰਸ਼ਨ ਦੇਣ। ਦੇਹ ਦਰਸ਼ਨ ਤੇ ਗੁਣ ਗਨ ਪੂਰਨ। ਹੇ ਗੁਰੂ ਜੀ, ਆਪ ਗੁਣਾਂ ਦੇ ਖਜ਼ਾਨੇ ਹੋ, ਕਿਰਪਾ ਕਰਕੇ ਬਾਦਸ਼ਾਹ ਨੂੰ ਦਰਸ਼ਨ ਬਖਸ਼ੋ। ਅਜਮਤ ਜ਼ਾਹਰ ਜਾਏ ਦਿਖਾਵਹੁ। ਆਪਣੀ ਮਹਾਨ ਅਜਮਤ, ਆਪਣੀ ਕਰਾਮਾਤ, ਆਪਣੀ ਸ਼ਕਤੀ ਉਸ ਬਾਦਸ਼ਾਹ ਨੂੰ ਦਿਖਾਓ, ਕਿਉਂਕਿ ਬਾਦਸ਼ਾਹ ਤੁਹਾਡੇ ਵਰਗੇ ਮਹਾਂਪੁਰਸ਼ਾਂ ਦੀ ਸ਼ਕਤੀ ਵੇਖ ਕੇ ਬੜਾ ਖੁਸ਼ ਹੁੰਦਾ ਹੈ। ਕਰਹੁ ਸ਼ਕਤ ਨਿਜ ਔਰ ਝੁਕਾਵਹੁ। ਆਪਣੀ ਸ਼ਕਤੀ ਦਿਖਾ ਕੇ ਬਾਦਸ਼ਾਹ ਨੂੰ ਆਪਣੇ ਵੱਲ ਕਰ ਲਓ, ਝੁਕਾ ਲਓ ਬਾਦਸ਼ਾਹ ਨੂੰ, ਉਹ ਤੁਹਾਡਾ ਮੁਰੀਦ ਬਣ ਜਾਏਗਾ। ਜੇ ਤੁਸੀਂ ਆਪਣੀ ਕਰਾਮਾਤ, ਆਪਣੀ ਸ਼ਕਤੀ ਬਾਦਸ਼ਾਹ ਨੂੰ ਦਿਖਾਓਗੇ। ਕਰਾਮਾਤ ਚਾਹਤ ਹੈ ਦੇਖਾ। ਕਿਉਂਕਿ ਸਾਡਾ ਬਾਦਸ਼ਾਹ ਔਰੰਗਜ਼ੇਬ ਸੰਤਾਂ ਮਹਾਂਪੁਰਸ਼ਾਂ ਦੀ ਕਰਾਮਾਤ ਦੇਖ ਕੇ ਖੁਸ਼ ਹੁੰਦਾ ਹੈ। ਉਹਦੀ ਇਹੀ ਚਾਹਨਾ ਹੈ। ਨਿਤ ਅਭਿਲਾਖਾ ਬਦੀ ਵਿਸ਼ੇਖਾ। ਉਹਦੇ ਮਨ ਵਿੱਚ ਬਹੁਤ ਜ਼ਿਆਦਾ ਅਭਿਲਾਸ਼ਾ, ਇੱਛਾ ਦਰਸ਼ਨਾਂ ਦੀ ਹੈ। ਤੁਹਾਡੇ ਦਰਸ਼ਨ ਕਰੇਗਾ। ਉਹਨੇ ਸੁਣਿਆ ਵੀ ਤੁਹਾਡੇ ਘਰ 'ਚ ਬੜੀ ਅਜ਼ਮਤ ਹੈ, ਬੜੀ ਕਰਾਮਾਤ ਹੈ, ਬੜੀ ਸ਼ਕਤੀ ਹੈ, ਤੁਸੀਂ ਹੱਥਾਂ ਤੇ ਸਰੋਂ ਜਮਾ ਸਕਦੇ ਹੋ। ਪਰ ਮਹਾਰਾਜ, ਜਿੰਨਾ ਚਿਰ ਬਾਦਸ਼ਾਹ ਆਪਣੀਆਂ ਅੱਖਾਂ ਨਾਲ ਨਹੀਂ ਦੇਖਦਾ, ਉਹਨਾਂ ਚਿਰ ਮੰਨਦਾ ਨਹੀਂ। ਬਿਨ ਦੇਖੇ ਸੋ ਕਿਉਂ ਹੁ ਟਰੈ। ਉਹ ਬਿਨਾਂ ਦੇਖੇ ਟਲਦਾ ਨਹੀਂ। ਜਿਹਦੇ ਵੀ ਮਗਰ ਪੈਂਦਾ ਉਹ ਕਰਾਮਾਤ ਹੀ ਪੁੱਛਦਾ ਹੈ, ਤੇ ਕਰਾਮਾਤ ਦੇਖ ਕੇ ਫਿਰ ਬਹੁਤ ਖੁਸ਼ ਹੋ ਜਾਂਦਾ ਹੈ। ਬਿਦਤ ਹਠੀ ਅਤ ਹਠ ਕੋ ਧਰੈ। ਉਹ ਪ੍ਰਤੱਖ ਹੈ। ਉਹ ਤਾਂ ਗੱਲ ਜਿਹੜੀ ਹੈ ਕੋਈ ਦੂਜਾ ਉਹਨੂੰ ਟਾਲ ਨਹੀਂ ਸਕਦਾ। ਉਹ ਹਠੀ ਹੈ, ਜਿੱਦੀ ਹੈ, ਕਰਾਮਾਤ ਦੀ ਜਿੱਦ ਕਰਦਾ। ਉਹ ਜੇ ਕੋਈ ਦਿਖਾ ਦੇਵੇ ਫਿਰ ਉਹਦਾ ਪੱਕਾ ਸੇਵਕ ਬਣ ਜਾਂਦਾ ਹੈ। ਕਰ ਪ੍ਰਤਾਪ ਪਿਖ ਮਤ ਬਿਰਮਾਈ। ਤੇ ਤੁਹਾਡੀ ਮਹਿਮਾ ਦੇਖ ਕੇ, ਤੁਹਾਡਾ ਪ੍ਰਤਾਪ ਦੇਖ ਕੇ ਭਨੇ ਦੂਤ ਬਚ ਮਤ ਰਤਾਈ। ਤੇ ਸਾਧ ਸੰਗਤ, ਜਿਹੜਾ ਦੂਤ ਸੀ ਨਾ, ਉਹ ਮਹਾਰਾਜ ਸਤਵੇਂ ਪਾਤਸ਼ਾਹ ਦਾ ਪ੍ਰਤਾਪ ਦੇਖ ਕੇ ਉਹ ਵੀ ਨਰਮ ਹੋ ਗਿਆ। ਉੱਥੇ ਉਹਨੂੰ ਕਰੋੜਾ ਸਰਕਾਰੀ ਰੋਹਬ ਨਹੀਂ ਪਾ ਸਕਿਆ। ਉਹ ਹੋਰ ਕਿਸੇ ਕੋਲ ਜਾਂਦਾ ਤੇ ਉਹਨੇ ਬੜੇ ਰੋਹਬ ਨਾਲ ਗੱਲ ਕਰਨੀ ਸੀ ਵੀ ਮੈਂ ਬਾਦਸ਼ਾਹ ਦਾ, ਔਰੰਗਜ਼ੇਬ ਦਾ ਭੇਜਿਆ ਹੋਇਆ ਆ ਤੇ ਮੇਰਾ ਹੁਕਮ ਹੈ ਵੀ ਚਲੋ ਹੁਣੇ ਹੀ। ਪਰ ਇੱਥੇ ਉਹਨੇ ਹੱਥ ਜੋੜ ਕੇ ਬੜੀ ਨਿਮਰਤਾ ਨਾਲ, ਸਿਆਣਪ ਨਾਲ ਗੱਲ ਕੀਤੀ ਗੁਰੂ ਸਾਹਿਬ ਦਾ ਪ੍ਰਤਾਪ ਦੇਖ ਕੇ। ਸੁਨ ਸਤ ਗੁਰ ਡੇਰਾ ਕਰਵਾਇਵ। ਮਹਾਰਾਜ ਨੇ ਉਹਦੀ ਗੱਲ ਸੁਣ ਲਈ ਤੇ ਉਸ ਵੇਲੇ ਆਪਣੇ ਸੇਵਾਦਾਰਾਂ ਨੂੰ, ਮਸੰਦਾਂ ਨੂੰ ਇਸ਼ਾਰਾ ਕੀਤਾ ਵੀ ਇਹਦੇ ਰਹਿਣ ਸਹਿਣ ਦਾ ਬੰਦੋਬਸਤ ਵਧੀਆ ਕਰੋ। ਇਹਨੂੰ ਕਮਰਾ, ਮੰਜਾ, ਬਿਸਤਰਾ, ਖਾਣ ਪੀਣ, ਰਹਿਣ ਸਹਿਣ, ਜੋ ਵੀ ਇਹਦੇ ਨਾਲ ਘੋੜੇ ਵਗੈਰਾ ਵੀ ਆਏ, ਨੌਕਰ ਚਾਕਰ, ਇਕੱਲਾ ਦੂਤ ਥੋੜ੍ਹਾ ਆਇਆ ਸੀ,
ਘੱਟੋ ਘੱਟ 10-20-50 ਬੰਦੇ ਨਾਲ ਲੈ ਕੇ ਆਉਂਦੇ, ਜਿਹੜੇ ਵੱਡੇ ਬੰਦੇ ਹੁੰਦੇ ਨਾ। ਤੇ ਦੂਤ ਵੀ ਕੋਈ ਮਾੜਾ ਮੋਟਾ ਥੋੜਾ ਭੇਜਿਆ ਹੋਣਾ, ਕੋਈ ਵੱਡਾ ਅਫਸਰ ਹੀ ਭੇਜਿਆ ਸੀਗਾ। ਤੇ ਉਹਦੇ ਨਾਲ 5-10 ਜਿਹੜੇ ਬੰਦੇ ਆਉਂਦੇ, ਉਹਨਾਂ ਦੇ ਚਾਹ ਪਾਣੀ ਦਾ, ਸੇਵਾ ਲੰਗਰ ਪਾਣੀ ਦਾ ਤੇ ਰਹਿਣ ਸਹਿਣ ਦਾ ਉਹ ਬੰਦੋਬਸਤ ਕਰਨਾ ਮਰਿਆਦਾ ਹੈ। ਗੁਰੂ ਸਾਹਿਬ ਜੀ ਨੇ ਇਸ਼ਾਰਾ ਕੀਤਾ ਵੀ ਇਹਦੀ ਰਿਹਾਇਸ਼ ਦਾ ਬੰਦੋਬਸਤ ਕਰਾਓ, ਅੱਜ ਰਾਤ ਇਹਨੂੰ ਇੱਥੇ ਹੀ ਰੱਖਾਂਗੇ। ਖਾਨ ਪਾਨ ਸਨਮਾਨ ਦਿਵਾਇਬ, ਬੜੇ ਸਨਮਾਨ ਨਾਲ ਸਰੋਪਾ ਦੇ ਕੇ ਮਹਾਰਾਜ ਨੇ ਆਖਿਆ ਇਹਨੂੰ ਕਹੋ ਲੰਗਰ ਪਾਣੀ ਛਕੇ। ਕਿਤਕ ਦੇਰ ਗੁਰ ਦਰਸ਼ਨ ਦੀਨਸ, ਕੁਝ ਸਮਾਂ ਸਤਿਗੁਰੂ ਜੀ ਨੇ ਦਰਬਾਰ ਵਿੱਚ ਸੰਗਤਾਂ ਨੂੰ ਦਰਸ਼ਨ ਦਿੱਤੇ, ਕੀਰਤਨ ਹੁੰਦਾ ਰਿਹਾ, ਕਥਾ ਹੁੰਦੀ ਰਹੀ, ਮਹਾਰਾਜ ਸੰਗਤਾਂ ਨੂੰ ਉਪਦੇਸ਼ ਦਿੰਦੇ ਰਹੇ। ਹਾਂਜੀ, ਪੂਰ ਕਾਮਨਾ ਸੰਗਤ ਕੀਨਸ, ਸੰਗਤਾਂ ਦੀਆਂ ਕਾਮਨਾ ਪੂਰੀਆਂ ਕੀਤੀਆਂ। ਪੁਨ ਅੰਤఃਪੁਰ ਕੋ ਗੁਰ ਗਏ, ਫਿਰ ਮਹਾਰਾਜ ਅੰਤਰਪੁਰ ਭਾਵ ਆਪਣੇ ਮਹਿਲਾਂ ਵਿੱਚ ਚਲੇ ਗਏ। ਸੋ ਸਰਵਰੀ ਬਿਤਾਇਬ ਭਏ, ਉਹ ਰਾਤ ਸਤਿਗੁਰੂ ਜੀ ਨੇ ਆਪਣੇ ਘਰ ਸੁੱਖ ਨਾਲ ਸੌਂ ਕੇ ਬਤੀਤ ਕੀਤੀ ਹੈ। ਹੋਤ ਭੋਰ ਪੁਨ ਸਭਾ ਲਗਾਈ, ਅਗਲੇ ਦਿਨ ਸਵੇਰੇ ਫਿਰ ਮਹਾਰਾਜ ਨੇ ਆਪਣਾ ਖਾਸ ਦੀਵਾਨ ਸਜਾਇਆ ਹੈ। ਸਰਬ ਕਾਰਨ ਕਰੇ ਤਦਾਈ, ਉਸ ਵੇਲੇ ਸਾਰਿਆਂ ਨੂੰ, ਆਪਣੇ ਸਿੱਖਾਂ ਨੂੰ ਸੱਦਿਆ ਹੈ। ਆਪਣੇ ਗੁਰੂ ਘਰ ਦੇ ਮੁਖੀ ਜਿਹੜੇ ਸਨ, ਮਸੰਦ ਸਨ, ਜਾਂ ਗੁਰੂ ਘਰ ਦੇ ਕਮਾਈਆਂ ਵਾਲੇ ਮਹਾਂਪੁਰਸ਼, ਬੰਦਗੀ ਵਾਲੇ ਸੰਤ ਭਗਤ ਸਨ, ਹੋਰ ਜਿਹੜੇ ਗੁਰੂ ਘਰ ਦੇ ਜ਼ਿੰਮੇਵਾਰ ਸਨ, ਉਹਨਾਂ ਸਾਰਿਆਂ ਨੂੰ ਮਹਾਰਾਜ ਨੇ ਆਪਣੇ ਕੋਲ ਬੁਲਾਇਆ ਹੈ। ਮੁਖਿ ਸਭਨ ਮਹਿ ਬੇਦੀ ਆਏ, ਉਹਨਾਂ ਵਿੱਚੋਂ ਬੇਦੀਆਂ ਨੂੰ ਬੁਲਾਇਆ। ਬੇਦੀ ਗੁਰੂ ਨਾਨਕ ਦੇਵ ਜੀ ਦੀ ਅੰਸ਼-ਬੰਸ ਸਨ। ਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਬੱਚਿਆਂ ਚੋਂ ਬੇਦੀਆਂ ਨੂੰ ਵੀ ਕੋਲ ਬੁਲਾ ਲਿਆ ਹੈ। ਤੇਹਣ ਕੁਲ ਭੱਲੇ ਬੁਲਵਾਏ, ਤੇ ਗੁਰੂ ਅੰਗਦ ਦੇਵ ਜੀ ਦੀ ਕੁਲ ਦੇ 63 ਸਿੱਖਾਂ ਨੂੰ, ਉਹਨਾਂ ਨੂੰ ਵੀ ਬੁਲਾਇਆ ਹੈ। ਤੇ ਭੱਲੇ ਗੁਰੂ ਅਮਰਦਾਸ ਜੀ ਦੀ ਅੰਸ਼-ਬੰਸ ਨੂੰ ਵੀ ਸੱਦਿਆ ਹੈ। ਸੋਢੀ ਵੀਰ ਵਿਸਾਲ ਹਕਾਰੇ, ਤੇ ਸੋਢੀ ਜਿਹੜੇ ਬੜੇ ਬੜੇ ਗੁਰੂ ਘਰ ਦੇ, ਉਹਨਾਂ ਨੂੰ ਵੀ ਸੱਦਿਆ ਹੈ। ਜਿਹੜੇ ਫੌਜ ਦੇ ਜਰਨੈਲ ਨੇ, ਮਹਾਰਾਜ ਦੀ ਫੌਜ ਮੁਖੀ ਸਿੱਖ ਨੇ, ਉਹਨਾਂ ਨੂੰ ਵੀ ਸੱਦਿਆ ਹੈ। ਆਏ ਸਕਲ ਸਤਿਗੁਰ ਪਰਵਾਰੇ, ਸਾਰੇ ਗੁਰੂ ਸਾਹਿਬ ਦੇ ਆਲੇ ਦੁਆਲੇ ਆ ਕੇ ਬੈਠ ਗਏ ਹਨ। ਪਰਮ ਜੋਤ ਸੂਰਜ ਉਜਿਆਰਾ, ਮਹਾਰਾਜ ਸੱਚੇ ਪਾਤਸ਼ਾਹ ਦੀ ਜੋਤ ਇਉਂ ਜਗਦੀ ਜਿਵੇਂ ਸੂਰਜ ਚਮਕਦਾ ਹੈ। ਰਹਿਓ ਪ੍ਰਕਾਸ਼ ਸਮੂਹ ਮਝਾਰਾ, ਸੰਗਤਾਂ ਦੇ ਵਿੱਚ ਮਹਾਰਾਜ ਏਦਾਂ ਪ੍ਰਕਾਸ਼ ਕਰ ਰਹੇ ਜਿਵੇਂ ਸੂਰਜ ਚਮਕਦਾ ਹੋਵੇ ਜਾਂ ਤਾਰਿਆਂ ਵਿੱਚ ਚੰਦਰਮਾ ਦੀ ਸੋਭਾ ਹੋਵੇ। ਮੋਹ ਤਪਤ ਅਤਸ਼ੈ ਜਰ ਖੋਵਾ, ਸਾਧ ਸੰਗਤ ਜੀ, ਜਿਹੜੇ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਮੋਹ ਰੂਪੀ ਤਪਸ ਦੀ ਜੜ ਹੀ ਪੱਟ ਦਿੱਤੀ, ਮੋਹ ਦਾ ਨਾਸ ਕਰ ਦਿੱਤਾ ਹੈ। ਗਿਆਨ ਕਲਾ ਤੇ ਪੂਰਨ ਹੋਵਾ, ਜੇ ਗਿਆਨ ਦੀ ਕਲਾ ਨਾਲ ਪੂਰੇ ਹਨ ਸਤਿਗੁਰੂ, ਕੀਰਤ ਬਿਮਲ ਚੰਦਰ ਕਾ ਚਾਰੂ, ਜਿਨ੍ਹਾਂ ਦੇ ਕੀਰਤੀ, ਜਿਨ੍ਹਾਂ ਦੀ ਚੰਦਰਮਾ ਦੀ ਚਾਂਦਨੀ ਤਰ੍ਹਾਂ ਘਰ ਘਰ ਫੈਲੀ ਹੋਈ ਹੈ। ਅਸ ਰੰਕਾ ਪਤ ਸ਼ਬਦ ਉਦਾਰੂ, ਇਸ ਤਰ੍ਹਾਂ ਦੇ ਚੰਦਰਮਾ ਸਮਾਨ ਸਤਿਗੁਰੂ ਜੀ ਸੋਭਦੇ ਹਨ। ਅਜਮਤ ਸਹਿਤ ਸਭਾ ਸਦ ਸਾਰੇ, ਮਹਾਰਾਜ ਦੀ ਸਭਾ ਸਜ ਗਈ ਹੈ। ਮਹਾਰਾਜ ਦੇ ਦਰਬਾਰ ਵਿੱਚ ਬੈਠੇ ਹੋਏ ਬ੍ਰਹਮ ਗਿਆਨੀ ਭਾਈ ਭਗਤੂ ਜੀ ਵਰਗੇ, ਭਾਈ ਫੇਰੂ ਜੀ ਵਰਗੇ, ਹੋਰ ਬੜੇ ਬੜੇ ਬ੍ਰਹਮ ਗਿਆਨੀ ਗੁਰਸਿੱਖ ਕਰਾਮਾਤਾਂ ਸ਼ਕਤੀਆਂ ਦੇ ਮਾਲਕ ਬੈਠੇ ਹਨ। ਜਹਾਂ ਦਿਸ਼ ਮਹਿ ਉਡਗਨ ਪਰਵਾਰੇ, ਭਾਈ ਭਾਨਾ ਜੀ ਬਾਬਾ ਬੁੱਢਾ ਜੀ ਦੇ ਸੁਪੁੱਤਰ, ਇਸੇ ਤਰ੍ਹਾਂ ਹੋਰ ਬੜੇ ਬਾਬਾ ਲਾਲ ਚੰਦ ਜੀ, ਸਤਿਗੁਰੂ ਮਹਾਰਾਜ ਛੇਵੇਂ ਪਾਤਸ਼ਾਹ ਦੇ ਮਹਾਨ ਜਰਨੈਲ ਬਾਬਾ ਬਿਧੀ ਚੰਦ ਦੇ ਪੁੱਤਰ, ਇਸੇ ਤਰ੍ਹਾਂ ਸਾਧ ਸੰਗਤ ਜੀ ਪੰਡਿਤ ਦਇਆ ਰਾਮ ਜੀ, ਜੋ ਮਹਾਰਾਜ ਸਾਹਿਬ ਜੀ ਦੇ ਕੁਲ ਦੇ ਪੁਰੋਹਿਤ ਸਨ, ਔਰ ਜਾਤੀ ਮਲਕ ਦੇ ਮਹਾਰਾਜ ਦੀ ਫੌਜ ਦੇ ਜਰਨੈਲ ਹੋਏ ਜਾਤੀ ਮਲਕ, ਉਹਨਾਂ ਦੇ ਪੁੱਤਰ ਸਨ। ਇਹ ਸਾਰੇ ਜਿਹੜੇ ਗੁਰਸਿੱਖ ਕਮਾਈਆਂ ਵਾਲੇ ਸਨ, ਗੁਰੂ ਸਾਹਿਬ ਦੇ ਕੋਲ ਬੈਠ ਗਏ। ਅੰਮ੍ਰਿਤ ਬਾਕ ਅਵਿਦਿਆ ਅੰਮ੍ਰਿਤ ਤੇ, ਕਹਿੰਦੇ ਗੁਰੂ ਸਾਹਿਬ ਜੀ ਅੰਮ੍ਰਿਤ ਰੂਪੀ ਬਚਨਾਂ ਦੇ ਨਾਲ ਅਗਿਆਨ ਰੂਪੀ ਮੌਤ ਤੋਂ ਬਚਾਉਣ ਵਾਲੇ ਹਨ। ਸਾਧ ਸੰਗਤ ਜੀ, ਇਸ ਦੁਨੀਆ ਤੇ ਮੌਤ ਕੀ ਹੈ ਤੇ ਜ਼ਿੰਦਗੀ ਕੀ ਹੈ? ਗਿਆਨ ਜ਼ਿੰਦਗੀ ਹੈ, ਗਿਆਨ ਅੰਮ੍ਰਿਤ ਹੈ ਤੇ ਅਗਿਆਨ ਮੌਤ ਹੈ। ਕਹਿੰਦੇ ਅਗਿਆਨਤਾ ਦੀ ਮੌਤ ਤੋਂ, ਅਵਿਦਿਆ ਦੀ ਮੌਤ ਤੋਂ ਬਚਾਉਣ ਵਾਲਾ ਗਿਆਨ ਗੁਰੂ ਦੀ ਰਸਨਾ ਤੋਂ ਨਿਕਲਦਾ ਹੈ। ਹਾਂਜੀ, ਕਰਹਿ ਉਬਾਰਨ ਸਿੱਖ ਕੋ ਹਿਤ ਤੇ ਸਿੱਖ ਨੂੰ ਬੜੇ ਹਿੱਤ ਨਾਲ ਮਹਾਰਾਜ ਇਸ ਮਿਰਤੂ ਤੋਂ ਬਚਾ ਲੈਂਦੇ, ਮੁਕਤ ਮਾਰਗ ਦੱਸ ਦਿੰਦੇ। ਦੇਵਰਾਜ ਦੇਵਨ ਮਹਿ ਜੈਸੇ, ਜਿਵੇਂ ਦੇਵਤਿਆਂ ਵਿੱਚ ਦੇਵਰਾਜ ਇੰਦਰ ਬੈਠਾ ਸੋਭਦਾ ਹੈ, ਹੋਤ ਸਭਾਏ ਮਾਨ ਗੁਰ ਐਸੇ। ਇਸ ਤਰ੍ਹਾਂ ਗੁਰੂ ਕੇ ਸਿੱਖਾਂ ਵਿੱਚ ਗੁਰੂ ਸਤਵੇਂ ਪਾਤਸ਼ਾਹ ਜੀ ਸੋਭਾ ਪਾ ਰਹੇ ਹਨ। ਸਭਹਿਨ ਮਹਿ ਗੁਰ ਬਾਕ ਬਖਾਨਾ, ਸਾਰਿਆਂ ਵਿੱਚ ਗੁਰੂ ਸਾਹਿਬ ਜੀ ਇਸ ਤਰ੍ਹਾਂ ਬਚਨ ਕੀਤੇ। ਤੁਮ ਸਗਰੇ ਪੂਜਨ ਅਸਥਾਨਾ, ਭਾਈ ਤੁਸੀਂ ਗੁਰੂ ਕੇ ਸਿੱਖ ਹੋ, ਬੇਦੀ ਬੰਸ ਦੇ ਸਾਹਿਬਜ਼ਾਦੇ, ਮਹਾਰਾਜ ਗੁਰੂ ਨਾਨਕ ਦੇਵ ਜੀ ਦੇ ਅੰਸ਼ ਬੰਸ। ਤੁਸੀਂ ਬਾਈ ਗੁਰੂ ਅੰਗਦ ਦੇਵ ਜੀ ਦੀ ਅੰਸ਼ ਬੰਸ, 63 ਸਾਹਿਬਜ਼ਾਦੇ। ਭੱਲੇ ਸਾਹਿਬਜ਼ਾਦੇ ਤੁਸੀਂ ਗੁਰੂ ਅਮਰਦਾਸ ਦੀ ਅੰਸ਼ ਬੰਸ। ਸੋਢੀ ਸਾਹਿਬਜ਼ਾਦੇ ਗੁਰੂ ਰਾਮਦਾਸ ਦੀ ਅੰਸ਼ ਬੰਸ। ਤੁਸੀਂ ਸਾਰੇ ਹੀ ਗੁਰਸਿੱਖ
ਕਮਾਈਆਂ ਵਾਲੇ ਹੋ, ਪੂਜਣਯੋਗ ਹੋ। ਵੱਡੇ ਗੁਰਨ ਕੇ ਬੰਸ ਬਿਸਾਲੇ ਤੁਸੀਂ ਗੁਰੂ ਦੀ ਵੰਸ਼ ਵਿੱਚ ਪੈਦਾ ਹੋਏ ਹੋ, ਗੁਰੂ ਦੇ ਅੰਸ਼ ਬੰਸ ਹੋ, ਗੁਰੂ ਦਾ ਖੂਨ ਹੋ ਤੁਸੀਂ। ਹਾਂਜੀ। ਬਿਦਤ ਸਰੋਵਰ ਮਹਿਦ ਉਜਾਲੇ ਔਰ ਇਹ ਗੁਰੂ ਕੇ ਗੁਰਸਿੱਖਾਂ ਦੇ ਪੰਥ ਦਾ ਜੋ ਬਹੁਤ ਵੱਡਾ ਸਰੋਵਰ ਹੈ, ਉਹਦੇ ਵਿੱਚ ਤੁਸੀਂ ਕਮਲ ਦੇ ਫੁੱਲ ਤਰ੍ਹਾਂ ਖਿੜੇ ਹੋ। ਬਿਮਨ ਕਮਲ ਤਿਨ ਮਹਤਮ ਭਏ ਜਿਵੇਂ ਸਰੋਵਰ 'ਚ ਕਮਲ ਦਾ ਫੁੱਲ ਖਿੜਿਆ ਹੁੰਦਾ ਹੈ ਨਾ, ਇਦਾਂ ਗੁਰੂ ਵੰਸ਼ ਦੇ ਸਰੋਵਰ ਵਿੱਚ ਤੁਸੀਂ ਨਿਰਮਲ ਕਮਲ ਦੀ ਤਰ੍ਹਾਂ ਸੁਗੰਧੀ ਵੰਡ ਰਹੇ ਹੋ। ਸ਼ਾਰਬ ਸੁਜਸ ਸਹਿਤ ਦਤਮਏ ਔਰ ਤੁਹਾਡੇ ਕੋਲ ਸੁਜਸ ਰੂਪੀ ਸੁਗੰਧੀ ਪਸਰ ਰਹੀ ਹੈ। ਅਜਮਤ ਮਹਿਪੂਰਨ ਸਭ ਭਾਂਤੀ ਔਰ ਤੁਸੀਂ ਕਰਾਮਾਤਾਂ ਵਿੱਚ ਵੀ ਹਰ ਤਰ੍ਹਾਂ ਨਾਲ ਪੂਰੇ ਹੋ। ਅਤਹ ਬਿਗਨ ਜਮ ਸੂਰਜ ਰਾਤੀ ਔਰ ਤੁਸੀਂ ਸਾਰੇ ਵਿਘਨਾਂ ਦਾ ਨਾਸ਼ ਕਰਨ ਵਾਲੇ ਹੋ, ਜਿਵੇਂ ਸੂਰਜ ਰਾਤ ਦੇ ਹਨੇਰੇ ਨੂੰ ਦੂਰ ਕਰਨ ਵਾਲਾ ਹੈ। ਦਿੱਲੀ ਪਤਨੋ ਰੰਗ ਤਰਕੇਸ਼ ਹੁਣ ਤੁਹਾਡੇ ਸਾਰਿਆਂ ਨੂੰ ਇਸ ਕਰਕੇ ਬੁਲਾਇਆ ਹੈ ਵੀ ਤੁਸੀਂ ਸਾਰੇ ਇਹ ਦੱਸੋ, ਦਿੱਲੀ ਦਾ ਬਾਦਸ਼ਾਹ ਔਰੰਗਜ਼ੇਬ, ਉਸ ਨੇ ਸਾਨੂੰ ਬੁਲਾਇਆ ਹੈ ਆਪਣੇ ਦਰਬਾਰ ਦੇ ਵਿੱਚ। ਤੁਰਕ ਦੀਨ ਮਹਿ ਹਟੀ ਵਿਸ਼ੇਸ਼ ਉਹ ਆਪਣੇ ਦੀਨ ਵਿੱਚ, ਆਪਣੇ ਧਰਮ 'ਚ ਬੜਾ ਹਠੀ ਜਿੱਦੀ ਹੈ। ਉਹ ਕਹਿੰਦਾ ਵੀ ਇਸਲਾਮ ਤੋਂ ਬਿਨਾਂ ਕੋਈ ਧਰਮ ਰਹਿਣ ਨਹੀਂ ਦੇਣਾ। ਇਸ ਕਰਕੇ ਉਹ ਦੂਸਰੇ ਧਰਮਾਂ ਦੇ ਮਹਾਂਪੁਰਸ਼ਾਂ ਸੰਤਾਂ ਨੂੰ ਪ੍ਰੋਬਲਮ ਦਿੰਦਾ, ਉਹਨਾਂ ਨੂੰ ਦਿੱਕਤਾਂ ਦਿੰਦਾ, ਉਹਨਾਂ ਨੂੰ ਪਰੇਸ਼ਾਨੀਆਂ ਦਿੰਦਾ ਹੈ। ਗੁਰ ਘਰ ਕੀ ਮਹਿਮਾ ਤਿਨ ਸੁਣੀ ਉਹਨੇ ਹੁਣ ਗੁਰੂ ਘਰ ਦੀ ਮਹਿਮਾ ਵੀ ਸੁਣੀ ਹੈ, ਗੁਰੂ ਘਰ ਦਾ ਪ੍ਰਤਾਪ ਵੀ ਸੁਣਿਆ ਔਰੰਗੇ ਨੇ। ਸਭ ਜਗ ਬਿਦਤ ਅਨੇਕਨ ਭਨੀ ਔਰ ਸਾਰੀ ਦੁਨੀਆ ਵਿੱਚ ਗੁਰੂ ਘਰ ਦੀ ਮਹਿਮਾ ਬਿਦਤ ਪ੍ਰਗਟ ਹੀ ਹੈ। ਸਾਰੇ ਕਹਿੰਦੇ ਵੀ ਹੈ, ਕੋਈ ਲੁਕੀ ਛਿਪੀ ਤਾਂ ਹੈ ਨਹੀਂ ਇਹ ਗੱਲ। ਕਰਾਮਾਤ ਚਾਹਤ ਹੈ ਦੇਖਾ ਤੇ ਔਰੰਗਾ ਗੁਰੂ ਘਰ ਦੀ ਕਰਾਮਾਤ ਦੇਖਣੀ ਚਾਹੁੰਦਾ ਹੈ। ਪਠਿਓ ਦੂਤ ਅਬਿਲਾਖ ਵਿਸ਼ੇਖਾ ਤੇ ਕਹਿੰਦੇ ਉਹਨੇ ਦੂਤ ਭੇਜਿਆ ਆਪਣਾ, ਉਹਦੇ ਮਨ 'ਚ ਸਾਡੀ ਕਰਾਮਾਤ ਦੇਖਣ ਦੀ ਬੜੀ ਅਭਿਲਾਸ਼ਾ ਹੈ ਵੀ ਗੁਰੂ ਘਰ ਦੇ 'ਚ ਕੋਈ ਕਰਾਮਾਤੀ ਹੋਵੇ, ਕੋਈ ਸ਼ਕਤੀ ਵਾਲਾ ਮਹਾਂਪੁਰਸ਼ ਹੋਵੇ, ਉਹਦੀ ਕਰਾਮਾਤ ਦੇਖਣੀ ਚਾਹੁੰਦਾ ਹੈ। ਗੁਰ ਘਰ ਕੀ ਜੋ ਰੱਖ ਹੈ ਲਾਜ ਕੋਈ ਇਹੋ ਜਿਹਾ ਮਹਾਂਪੁਰਸ਼ ਉਠੋ ਜਿਹੜਾ ਗੁਰੂ ਘਰ ਦੀ ਹੁਣ ਲਾਜ ਰੱਖ ਲਏ। ਹੁਣ ਕੋਈ ਮਿੱਤਰੋ, ਤੁਸੀਂ ਸਾਰੇ ਗੁਰੂ ਘਰ ਦੇ ਸਤਿਕਾਰਯੋਗ ਹੋ, ਜਾਓ ਦਿੱਲੀ ਕੋਈ ਤੁਹਾਡੇ ਵਿੱਚੋਂ ਜਾਵੇ ਜਿਹੜਾ ਔਰੰਗਜ਼ੇਬ ਨੂੰ ਚਮਤਕਾਰ ਦਿਖਾਵੇ। ਹਾਂਜੀ। ਪਰ ਉਪਕਾਰ ਹੇਤ ਇਹ ਕਾਜ ਇਹ ਪਰਉਪਕਾਰ ਦਾ ਕੰਮ ਹੈ। ਗੁਰੂ ਪੰਥ ਦੀ, ਗੁਰੂ ਨਾਨਕ ਦੇ ਘਰ ਦੀ ਲਾਜ ਦਾ, ਇੱਜ਼ਤ ਦਾ ਸਵਾਲ ਹੈ। ਸ਼ਕਤਵੰਤ ਹਰ ਧੀਰਜ ਧਾਰੀ ਹੋਵੇ ਸ਼ਕਤੀ ਵਾਲਾ, ਹੋਵੇ ਧੀਰਜ ਵਾਲਾ, ਦੋਵੇਂ ਗੱਲਾਂ। ਸ਼ਕਤੀ ਵਾਲਾ ਹੋਵੇ, ਪਾਵਰ ਹੋਵੇ ਉਹਦੇ ਕੋਲ, ਤੇ ਧੀਰਜ ਵੀ, ਹੌਸਲਾ ਵੀ ਹੋਵੇ। ਹਾਂਜੀ। ਸੋਗਨ ਸਹਿਤ ਹੋਏ ਸਭਾ ਮਝਾਰੀ ਉਹ ਗੁਣਾਂ ਦੇ ਸਹਿਤ ਕੋਈ ਮਹਾਂਪੁਰਸ਼ ਬਾਦਸ਼ਾਹ ਦੀ ਸਭਾ ਵਿੱਚ ਜਾਵੇ, ਉੱਥੇ ਗੁਰੂ ਨਾਨਕ ਦੀ ਕਲਾ ਦਿਖਾਵੇ। ਹਾਂਜੀ। ਜਾਨ ਹੇਤ ਤੁਰ ਕੇ ਸ਼ਰਪਾਹੂ ਤੇ ਬਾਦਸ਼ਾਹ ਦੇ ਕੋਲ ਜਾਣ ਲਈ ਤਿਆਰੀ ਕਰੀਏ ਹੁਣ। ਸਭ ਮਹਿ ਕਰਹਿ ਜੋ ਅਤ ਉਤਸ਼ਾਹੂ ਜਿਹੜਾ ਸਾਰਿਆਂ ਵਿੱਚ ਉਤਸ਼ਾਹ ਦੇ ਨਾਲ ਜਾਵੇ, ਕੋਈ ਮਨ 'ਚ ਕਿਸੇ ਤਰ੍ਹਾਂ ਦਾ ਵੀ ਸ਼ੰਕਾ ਨਾ ਹੋਵੇ, ਡਰ ਭੈ ਨਾ ਹੋਵੇ, ਨਿਰਭਉ ਅਵਸਥਾ ਹੋਵੇ। ਕਿਉਂ? ਅਸੀਂ ਜਾ ਸਕਦੇ ਹਾਂ, ਪਰ ਜੇ ਅਸੀਂ ਕਰਾਮਾਤ ਦਿਖਾਉਂਦੇ ਹਾਂ ਤੇ ਗੁਰੂ ਨਾਨਕ ਦੇ ਘਰ ਦੀ ਮਰਜ਼ਾਦਾ ਵਿਗੜਦੀ। ਆਖੋ ਸ੍ਰੀ ਵਾਹਿਗੁਰੂ। ਜੇ ਗੁਰੂ ਸਾਹਿਬ ਜਾ ਕੇ ਔਰੰਗਜ਼ੇਬ ਨੂੰ ਕਰਾਮਾਤਾਂ ਦਿਖਾਉਣ ਲੱਗ ਜਾਂਦੇ, ਗੁਰੂ ਸਾਹਿਬ ਬਾਬਾ ਰਾਮ ਰਾਏ ਜੀ ਨੂੰ ਭੇਜਿਆ ਨਾ, ਆਪ ਚਲੇ ਜਾਂਦੇ ਤੇ ਆਪ ਕਰਾਮਾਤਾਂ ਦਿਖਾਉਂਦੇ ਉਹਦੇ ਕਹਿਣ ਤੇ, ਇਸ਼ਾਰਿਆਂ ਤੇ ਫਿਰ ਉਹ ਗੁਰੂ ਘਰ ਦਾ ਬਹੁਤ ਉੱਚਾ, ਗੁਰੂ ਨਾਨਕ ਦੀ ਗੱਦੀ ਦਾ ਰੁਤਬਾ ਥੱਲੇ ਆ ਜਾਂਦਾ। ਇੱਥੋਂ ਦੀ ਮਰਿਆਦਾ ਵੀ ਕਰਾਮਾਤ ਨਹੀਂ ਦਿਖਾ ਸਕਦੇ। ਕਰਾਮਾਤ ਦਾ ਕਹਿਰ ਹੈ, ਇਹ ਤਾਂ ਇਸ ਤੋਂ ਪਰੇ ਲੰਘੀ ਹੋਈ ਅਵਸਥਾ ਹੈ। ਪਰ ਕੋਈ ਸਿੱਖ ਤੋਂ ਕੰਮ ਲੈਣਾ ਪੈਂਦਾ ਕਈ ਵਾਰੀ, ਕੰਮ ਵੀ ਕਰਨਾ, ਗੁਰੂ ਦੀ ਪਦਵੀ ਤੇ ਆਂਚ ਵੀ ਨਹੀਂ ਆਣ ਦੇਣੀ। ਇਹ ਹੈ ਬਰੀਕੀ ਦਾ ਨੁਕਤਾ। ਕਈ ਸ਼ੰਕੇ ਕਰਦੇ ਆ ਕਿ ਰਾਮ ਰਾਏ ਨੂੰ ਕਿਉਂ ਭੇਜਿਆ, ਆਪ ਕਿਉਂ ਨਹੀਂ ਗਏ, ਆਪਣੇ ਪੁੱਤਰ ਨੂੰ ਹੀ ਕਿਉਂ ਭੇਜਿਆ, ਹੋਰ ਕਿਸੇ ਨੂੰ ਨਹੀਂ ਭੇਜਿਆ। ਹੋਰਾਂ ਪੁੱਛਿਆ ਸਾਰਿਆਂ ਨੂੰ ਵੀ ਦੱਸੋ ਤੁਹਾਡੇ 'ਚ ਕੋਈ, ਕੱਲ ਨੂੰ ਇਹ ਨਾ ਕਹੇ ਮੈਨੂੰ ਭੇਜ ਦੇਣਾ ਸੀ, ਮੈਂ ਜਾਂਦਾ, ਮੈਂ ਕਰ ਦੇਣਾ ਸੀ। ਵੀ ਜੇ ਤੁਹਾਡੇ 'ਚ ਕਿਸੇ 'ਚ ਜੁਰਤ ਹੈ, ਪਾਵਰ ਹੈ, ਸ਼ਕਤੀ ਹੈ, ਔਰ ਸ਼ਕਤੀ ਦਿਖਾ ਕੇ ਔਰੰਗਜ਼ੇਬ ਨੂੰ ਕਾਇਲ ਕਰ ਸਕਦਾ, ਅਸੀਂ ਆਪਣੀ ਪਾਵਰ ਦਿਆਂਗੇ। ਕਲਾ ਤੇ ਗੁਰੂ ਦੀ ਵਰਤੇਗੀ, ਪਰ ਨਾ ਗੁਰੂ ਦਾ ਨਹੀਂ ਚਲਾਵਾਂਗੇ। ਕਈ ਗੱਲਾਂ ਹੁੰਦੀਆਂ ਜਿਹੜੀਆਂ ਪੜਦੇ ਨਾ ਕਰਨੀਆਂ ਪੈਂਦੀਆਂ। ਜੇ ਸਿੱਧੀ ਗੁਰੂ ਸਾਹਿਬ ਕਰਦੇ, ਲੋਕਾਂ ਨੇ ਕਹਿਣਾ ਗੁਰੂ ਕਰਾਮਾਤਾਂ ਦਿਖਾਉਣ ਲੱਗ ਪਿਆ, ਔਰੰਗਜ਼ੇਬ ਤੋਂ ਡਰ ਗਿਆ। ਦਿਖਾਣੀ ਵੀ ਜ਼ਰੂਰੀ ਹੈ। ਦਿਖਾਣੀ ਇਸ ਕਰਕੇ ਜ਼ਰੂਰੀ, ਉਹਨੂੰ ਪਤਾ ਲੱਗ ਜਾਏ ਵੀ ਇਹ ਘਰ ਖਾਲੀ ਨਹੀਂ ਹੈ, ਇਹਦੇ ਕੁੱਤਿਆਂ ਵਿੱਚ ਵੀ ਕਰਾਮਾਤਾਂ ਨੇ। ਤੇ ਪਾਤਸ਼ਾਹ ਨੇ ਦਰਬਾਰ ਸਜਾ ਕੇ ਸਾਰੀ ਸੰਗਤ ਵਿੱਚ ਐਲਾਨ ਕੀਤਾ, ਹਾਂ ਬਈ ਕੋਈ ਸੂਰਮਾ ਉਠੋ, ਜਿਹੜਾ ਜਾਓ
ਔਰੰਗਜ਼ੇਬ ਨੂੰ ਆਪਣੀ ਕਲਾ ਦਿਖਾ ਕੇ ਗੁਰੂ ਨਾਨਕ ਦੇ ਘਰ ਦਾ ਉੱਥੇ ਸਿੱਕਾ ਜਮਾ ਕੇ ਆਵੇ। ਹਾਂਜੀ, ਸਰਬ ਰੀਤ ਅਜਮਤ ਦਿਖਰਾਵੇ, ਸਰਬ ਰੀਤ ਨਾਲ ਹਰ ਤਰ੍ਹਾਂ ਨਾਲ ਕਰਾਮਾਤ ਦਿਆਂਗੇ ਅਸੀਂ, ਪਰ ਦਿਖਾਣੀ ਉੱਥੇ ਜਾ ਕੇ। ਹਾਂਜੀ, ਬਦਿਓ ਦੁਸ਼ਟ ਕੋ ਦਰਪ ਦਬਾਵੇ, ਉਹਦਾ ਹੰਕਾਰ ਤੋੜਨ ਲਈ ਕੋਈ ਜੁਰਤ ਵਾਲਾ ਉੱਠੇ ਕੋਈ। ਹਾਂਜੀ, ਸੋ ਅਬ ਤਿਆਰ ਹੋਏ ਤਹ ਜਾਣੇ, ਤਿਆਰ ਹੋਵੋ ਜਾਣ ਵਾਸਤੇ ਉੱਥੇ। ਸਭਾ ਵਿਖੈ ਇਮ ਬਾਕ ਬਖਾਨੇ, ਇਸ ਤਰ੍ਹਾਂ ਮਹਾਰਾਜ ਨੇ ਦਰਬਾਰ ਵਿੱਚ ਬਚਨ ਕੀਤਾ। ਸੁਨਿਓ ਸਭਨ ਪੁਨ ਹਿਰਦੈ ਵਿਚਾਰਾ, ਸਾਰਿਆਂ ਨੇ ਸੁਣਿਆ, ਬੇਦੀਆਂ ਨੇ ਵੀ, ਸੋਢੀਆਂ ਨੇ ਵੀ, ਸਾਰਿਆਂ ਨੇ ਸੁਣਿਆ, ਸੰਤਾਂ ਮਹਾਂਪੁਰਸ਼ਾਂ ਨੇ ਸੁਣਿਆ, ਪਰ ਮਨ ਦੇ ਵਿੱਚ ਇਹ ਵਿਚਾਰ ਆਈ ਨੌਰੰਗ ਹਠੀ ਮਹਦ ਕੁਰਿਆਰਾ, ਕਿ ਔਰੰਗਜ਼ੇਬ ਬੜਾ ਹਠੀਆ ਹੈ, ਬੜਾ ਜਿੱਦੀ ਹੈ, ਬੜਾ ਕੂੜਿਆਰ ਬੰਦਾ ਹੈ, ਜਿਹੜਾ ਆਪਣੇ ਪਿਓ ਦਾ ਤੇ ਭਰਾਵਾਂ ਦਾ ਨਹੀਂ ਬਣਿਆ, ਦੂਜੇ ਦਾ ਕੀ ਲਿਹਾਜ਼ ਕਰੇਗਾ। ਅਜਮਤ ਜਤ ਕਿਤ ਨੇ ਮਰਵਾਏ, ਉਹਨੇ ਤੇ ਬੜੇ ਬੜੇ ਸਰਮਦ ਵਰਗੇ ਕਰਾਮਾਤੀ ਪੁਰਸ਼ ਮਹਾਂਪੁਰਸ਼ ਮਰਵਾ ਦਿੱਤੇ ਹੈ, ਤੇ ਜੇ ਅਸੀਂ ਉਹਦੇ ਕੋਲ ਜਾਵਾਂਗੇ ਪਤਾ ਨਹੀਂ ਸਾਡੇ ਨਾਲ ਕੀ ਬਣੇਗਾ। ਲਖ ਪੂਰਬ ਤਪ ਨਹੀਂ ਰਸਾਏ, ਕਿਉਂ ਉਹ ਉਹਨਾਂ ਦੇ ਪੂਰਬਲੇ ਤਪ ਸੀਗੇ। ਔਰੰਗਜ਼ੇਬ ਦਾ ਕੋਈ ਪੂਰਬਲਾ ਤਪ ਵੇਖ ਕੇ ਉਹਨਾਂ ਮਹਾਂਪੁਰਸ਼ਾਂ ਨੇ ਸਰਾਪ ਨਹੀਂ ਦਿੱਤਾ ਕੋਈ ਇਹਦਾ, ਨਹੀਂ ਤੇ ਉਹ ਵੀ ਖਤਮ ਕਰ ਸਕਦੇ ਸੀ, ਸਰਮਦ ਵਰਗੇ ਵੀ ਕਰ ਸਕਦੇ ਸੀ, ਪਰ ਉਹਨਾਂ ਨੇ ਨਹੀਂ ਕੀਤਾ। ਉਹਨਾਂ ਨੇ ਪਰਮੇਸ਼ਰ ਦਾ ਭਾਣਾ ਮੰਨ ਲਿਆ। ਹਾਂਜੀ, ਹਠ ਕਰ ਦੇਤ ਪਹੇ ਤਿਸ ਪ੍ਰਾਨ, ਤੇ ਆਪਣੇ ਸ਼ਹੀਦੀ ਪਾ ਗਏ, ਉਹ ਹੱਠ ਪਾ ਕੇ ਸ਼ਹੀਦੀਆਂ ਪਾ ਗਏ। ਹਾਂਜੀ, ਅਸਬਦ ਬਰ ਹੈ ਬਿਦਤ ਜਹਾਨ, ਤੇ ਇਹ ਗੱਲ ਪ੍ਰਗਟ ਹੈ ਵੀ ਔਰੰਗਜ਼ੇਬ ਲਿਹਾਜ਼ ਕਰਦਾ ਕੋਈ ਨਹੀਂ ਕਰਾਮਾਤ ਦੇਖੇ ਤੋਂ ਬਿਨਾਂ। ਕਾਂਸ਼ੀ ਮਥੁਰਾ ਆਦਿਕ ਸਾਰੇ, ਤੇ ਕਾਂਸ਼ੀ ਮਥੁਰਾ ਵਰਗੇ ਤੀਰਥੋਂ ਨੇ ਉਜਾੜ ਦਿੱਤੇ, 5000 ਮੰਦਰ ਮਥੁਰਾ 'ਚ ਸੁੱਟ ਢਾ ਦਿੱਤਾ। ਕਾਂਸ਼ੀ 'ਚ ਬੜੇ ਮੰਦਰ ਬੇਅਦਬੀ ਕੀਤੀ ਹੈ। ਜਿਹੜਾ ਏਡੇ ਏਡੇ ਤੀਰਥਾਂ ਨੂੰ ਨਹੀਂ ਬਖਸ਼ਦਾ, ਸੰਤਾਂ ਮਹਾਂਪੁਰਸ਼ਾਂ ਨੂੰ ਨਹੀਂ ਬਖਸ਼ਦਾ, ਉਹ ਸਾਨੂੰ ਕੀ ਬਖਸ਼ੇਗਾ। ਇੱਦਾਂ ਬੇਦੀ ਸੋਢੀ ਜਿੰਨੇ ਬੈਠੇ ਸੀ ਨਾ, ਸਾਰੇ ਚੁੱਪ ਕਰ ਗਏ। ਤੀਰਥ ਹਿੰਦੂਨ ਕੇਰ ਬਿਗਾਰੇ, ਇਹਨੇ ਹਿੰਦੂਆਂ ਦੇ ਤੀਰਥ ਤੋੜ ਦਿੱਤੇ ਨੇ। ਸਭ ਜਗ ਤੁਰਕ ਬਨਾਵਨ ਚਾਹਤ, ਸਾਰਿਆਂ ਨੂੰ ਤੁਰਕ ਬਣਾਉਣਾ ਚਾਹੁੰਦਾ, ਮੁਸਲਮਾਨ ਬਣਾਉਣਾ ਚਾਹੁੰਦਾ ਹੈ। ਧਰਮ ਵਿਸਾਲ ਕਾਲ ਜਮਦਾਹਤ, ਔਰ ਇਹ ਤਾਂ ਧਰਮ ਦੇ ਵਾਸਤੇ ਕਾਲ ਬਣ ਕੇ ਆਇਆ। ਜਿਵੇਂ ਕਾਲ ਲੋਕਾਂ ਨੂੰ ਖਾ ਜਾਂਦਾ, ਇਹ ਧਰਮ ਨੂੰ ਖਾ ਰਿਹਾ ਹੈ। ਸਭ ਤੁਰਕਨ ਕੀ ਸਭਾ ਮਝਾਰ, ਸਾਰਿਆਂ ਤੁਰਕਾਂ ਦੀ ਸਭਾ ਵਿੱਚ ਵੱਡੇ ਵੱਡੇ ਜਹ ਗੁਨੀ ਹਜ਼ਾਰ, ਜਿੱਥੇ ਬੜੇ ਬੜੇ ਗੁਣੀ ਬੰਦੇ ਹਨ, ਇਲਮ ਏਕ ਤੇ ਏਕ ਮਹਾਨੇ, ਇੱਕ ਤੋਂ ਇੱਕ ਵੱਡੇ ਵਿਦਵਾਨ ਆਲਮ ਫਾਜ਼ਲ ਵੀ ਹਨ, ਉੱਥੇ ਪੜ੍ਹੇ ਲਿਖੇ ਕਾਜੀ ਮੁੱਲਾਂ ਵੀ ਬਹੁਤ ਹਨ। ਬਹਿਸ ਪਰਸਪਰ ਗਨ ਬੁੱਧਵਾਨੇ, ਉਹ ਬੜੀ ਬਹਿਸ ਕਰਦੇ ਨੇ, ਬੜੇ ਸ਼ੰਕੇ ਕਰਦੇ ਨੇ। ਉਹਨਾਂ ਦੇ ਸ਼ੰਕਿਆਂ ਦਾ ਜਵਾਬ ਵੀ ਦੇਣ ਵਾਲਾ ਚਾਹੀਦਾ, ਵਿਦਵਾਨ ਵੀ ਹੋਵੇ, ਕਰਾਮਾਤੀ ਵੀ ਹੋਵੇ, ਤੇ ਦਲੇਰ ਵੀ ਹੋਵੇ, ਤੇ ਭਗਤੀ ਬੰਦਗੀ ਵਾਲਾ ਵੀ ਪੂਰਾ ਹੋਵੇ ਜਿਹੜਾ ਉੱਥੇ ਜਾਵੇ। ਹਾਂਜੀ, ਕੇਤਕ ਪੀਰ ਅਜਮਤੀ ਭਾਰੀ, ਬੜੇ ਬੜੇ ਪੀਰ ਅਜਮਤਾਂ ਵਾਲੇ, ਕਰਾਮਾਤਾਂ ਵਾਲੇ, ਨੌਰੰਗ ਕੇ ਨਿਤ ਰਹਿ ਅਨੁਸਾਰੀ, ਔਰੰਗਜ਼ੇਬ ਦੇ ਕਹਿਣੇ ਵਿੱਚ ਚੱਲਦੇ ਨੇ। ਪੀਰ ਵੀ ਉਹਨੇ ਕਾਬੂ ਕੀਤੇ ਹੋਏ ਨੇ, ਮੀਰ ਵੀ ਕਾਬੂ ਕੀਤੇ ਹੋਏ ਨੇ, ਵਿਦਵਾਨ ਵੀ ਕਾਬੂ ਕੀਤੇ ਹੋਏ ਨੇ। ਉਹਨੇ ਹਰ ਤਰ੍ਹਾਂ ਦੇ ਬੰਦੇ ਰੱਖੇ ਹੋਏ ਨੇ ਆਪਣੇ ਕੋਲ। ਅਪਰ ਅਨੇਕ ਭਾਂਤ ਕੀ ਬਾਤੀ, ਉੱਥੇ ਅਨੇਕਾਂ ਤਰ੍ਹਾਂ ਦੀਆਂ ਸਮੱਸਿਆ ਆਉਣਗੀਆਂ, ਇਕੱਲੀ ਗੱਲਬਾਤ ਥੋੜੀ, ਇੱਕ ਥੋੜਾ ਹੋਣੀ ਗੱਲ। ਜਿਹੜਾ ਦਿੱਲੀ ਜਾਏਗਾ ਉਹਨੂੰ ਸੈਂਕੜੇ ਗੱਲਾਂ ਦੇ ਜਵਾਬ ਦੇਣੇ ਪੈਣਗੇ, ਸੈਂਕੜੇ ਗੱਲਾਂ ਦੀਆਂ ਉਹਨੂੰ ਹੱਲ ਮਸਲੇ ਦਾ ਕਰਨਾ ਪਵੇਗਾ। ਜਹਾਂ ਹੋਤ ਹੈ ਬਾਸਰ ਰਾਤੀ, ਦਿਨ ਰਾਤ ਜਿੱਥੇ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ, ਅਸ ਵਿਚਾਰ ਕਰ ਤੂਸ਼ਨ ਹੋਏ, ਇਹ ਵਿਚਾਰ ਕੇ ਜਿੰਨੇ ਵੀ ਬੈਠੇ ਸੀ ਨਾ ਗੁਰੂ ਦੇ ਸਿੱਖ ਦਰਬਾਰ ਵਿੱਚ, ਚੁੱਪ ਕਰਕੇ ਕੋਈ ਦਿੱਲੀ ਜਾਣ ਨੂੰ ਰਾਜੀ ਨਹੀਂ ਹੋਇਆ। ਨਮਰ ਨਾਰ ਕਰ ਊਚ ਨ ਜੋਏ, ਕਿਸੇ ਨੇ ਗਰਦਨ ਉੱਚੀ ਨਹੀਂ ਕੀਤੀ, ਡਰ ਦੇ ਨਾਲ ਸਾਰੇ ਸਿਰ ਨੀਵਾਂ ਕਰਕੇ ਬੈਠੇ ਰਹੇ। ਸੱਚੇ ਪਾਤਸ਼ਾਹ ਜੀ ਸਾਰਿਆਂ ਨੂੰ ਲਲਕਾਰ ਮਾਰੀ, ਉੱਠੋ ਬਈ ਕੋਈ ਤੁਹਾਡੇ ਚੋਂ ਜਿਹੜਾ ਜਾਵੇ ਦਿੱਲੀ ਔਰੰਗਜ਼ੇਬ ਦੀ ਸਭਾ ਵਿੱਚ। ਕਿਤਕ ਦੇਰ ਲੋ ਰਹਿ ਕੇ ਮੌਨ, ਸਾਧ ਸੰਗਤ ਜੀ ਕੁਝ ਸਮਾਂ ਚੁੱਪ ਰਹਿ ਕੇ ਤਕ ਹੈ ਪਰਸਪਰ ਭਾਖੈ ਹੈ ਕੌਣ, ਇੱਕ ਦੂਜੀ ਵੱਲ ਵੇਖਦੇ ਆ ਪਰ ਬੋਲਦਾ ਨਹੀਂ ਕੋਈ। ਤਾਂ ਮਹਾਰਾਜ ਸੱਤਵੇਂ ਪਾਤਸ਼ਾਹ ਜੀ ਆਪਣੇ ਵੱਡੇ ਸਾਹਿਬਜ਼ਾਦਾ ਬਾਬਾ ਰਾਮ ਰਾਏ ਜੀ ਨੂੰ ਬਖਸ਼ਿਸ਼ਾਂ ਕਰਕੇ, ਪਾਵਰਾਂ ਦੇ ਕੇ, ਸਿਰ ਤੇ ਹੱਥ ਰੱਖ ਕੇ ਦਿੱਲੀ ਤੋਰਨਗੇ। ਉਹ ਕਥਾ ਆਪਾਂ ਅੱਗੇ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ। ਹੇ ਗੋਬਿੰਦ, ਹੇ ਗੋ